Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਅੱਜ ਦਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਜਿਹੜੀਆਂ ਕਿ ਅਸੀਂ ਇਮੀਗ੍ਰੇਸ਼ਨ ਤੇ ਕਰਦੇ ਹਾਂ, ਅਮਰੀਕਾ ਦੀ ਇਮੀਗ੍ਰੇਸ਼ਨ ਬਾਰੇ। ਉਹਦੇ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰੀਦੀ ਆ। ਤੇ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇਸ ਵੀਕ ਦੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਉਹਨਾਂ 'ਤੇ ਗੱਲ ਕਰਦੇ ਹਾਂ। ਪਹਿਲੀ ਇੰਪੋਰਟੈਂਟ ਖਬਰ ਜਿਹੜੀ ਅੱਜ ਦੀ ਆ ਉਹ ਹੈਗੀ ਆ ਇਨਫਰਾਸਟਰਕਚਰ ਬਿੱਲ ਬਾਰੇ। ਸੋ ਜਿਹੜਾ ਇਨਫਰਾਸਟਰਕਚਰ ਬਿੱਲ ਆ ਉਹ ਜਿਹੜਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਸੀ ਸੈਨੇਟ ਦੇ ਵਿੱਚ ਪਾਸ ਹੋਣ ਲਈ, ਉਹ ਪਾਸ ਹੋ ਗਿਆ। ਤੇ ਇਹ ਲਾਰਜੈਸਟ ਇਨਫਰਾਸਟਰਕਚਰ ਪੈਕੇਜ ਹੈ ਡਿਕੇਡਸ ਦੇ ਵਿੱਚ। ਬਹੁਤ ਸਾਲਾਂ ਤੋਂ ਇਹਦੀ ਲੋੜ ਸੀਗੀ ਤੇ ਤਕਰੀਬਨ 12 ਰਿਪਬਲਿਕਨ ਸੈਂਟਰਾਂ ਨੇ ਇਹਦੇ ਹੱਕ 'ਚ ਵੋਟ ਪਾਈ ਆ ਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਂਟਰਾਂ ਨੇ ਤਾਂ ਪਾਉਣੀ ਸੀ। ਤੇ ਇਹ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਦਾ ਪਾਸ ਹੋਣਾ ਜਿਹੜੀ ਸਰਕਾਰ ਆ ਉਹਦੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਸਮਝੀ ਜਾ ਰਹੀ ਆ। ਤੇ ਇਹਦੇ ਨਾਲ ਜਿੱਥੇ ਆਪਣੇ ਜਿਹੜਾ ਇਨਫਰਾਸਟਰਕਚਰ ਦਾ ਮਤਲਬ ਆ ਸੜਕਾਂ, ਪੁਲ, ਏਅਰਪੋਰਟ, ਉਹਨਾਂ 'ਚ ਸੁਧਾਰ ਹੋਊਗਾ। ਤੇ ਜਿਹੜੀ ਅੱਜ ਕੱਲ੍ਹ ਦੀ ਮਾਡਰਨ ਜਿੱਦਾਂ ਦੀਆਂ ਫੈਸਿਲਿਟੀਜ਼ ਹੁੰਦੀਆਂ ਨੇ ਜਿਹੜੀਆਂ ਹੈਗੀਆਂ ਡਿਵੈਲਪਡ ਕੰਟਰੀ ਦੇ ਵਿੱਚ, ਉਸ ਕਿਸਮ ਦੀਆਂ ਬਣਨਗੀਆਂ। ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ। ਤੇ ਇਹ ਜਿਹੜਾ ਬਿੱਲ ਹੈਗਾ ਇਹਦੇ ਨਾਲ ਜਿੱਥੇ ਉਹਦੇ ਨਾਲ ਜਿਹੜੀ ਕਲੀਨ ਐਨਰਜੀ ਆ, ਜਿਵੇਂ ਕਿ ਤੁਸੀਂ ਕਹਿ ਲਓ ਵੀ ਜਿਹੜੇ ਚਾਰਜਿੰਗ ਸਟੇਸ਼ਨਸ ਬਣਾਉਣੇ ਹੈਗੇ ਆ, ਇਲੈਕਟ੍ਰਿਕ ਜਿਹੜੀਆਂ ਗੱਡੀਆਂ ਉਹਨਾਂ 'ਤੇ ਵੀ ਖਰਚਾ ਕਰਨਾ। ਤੇ ਇਹਦੇ 'ਚ ਇਮੀਗ੍ਰੇਸ਼ਨ ਵਾਸਤੇ ਵੀ ਪ੍ਰੋਵੀਜ਼ਨ ਰੱਖੀ ਗਈ ਆ, ਉਹਦੇ ਵਾਸਤੇ ਵੀ ਪੈਸਾ ਰੱਖਿਆ ਗਿਆ। ਉਹ ਇੱਕ ਰਸਤਾ ਖੋਲ੍ਹਦਾ ਗਾਂ ਨੂੰ ਇਮੀਗ੍ਰੇਸ਼ਨ ਦਾ ਲਾਅ ਪਾਸ ਹੋਣ ਲਈ। ਇਹਦੇ ਨਾਲ ਤਾਂ ਨਹੀਂ ਉਹ ਪਾਸ ਹੋਇਆ ਜਿਵੇਂ ਉਮੀਦ ਸੀਗੀ ਵੀ ਇਹਦੇ ਨਾਲ ਜੋੜ ਕੇ ਪਾਸ ਕਰਨਗੇ, ਪਰ ਇਸ ਤੋਂ ਬਾਅਦ ਜਿਹੜਾ ਹੁਣ ਬਜਟ ਦਾ ਰੀਕਨਸੀਲੇਸ਼ਨ ਬਿੱਲ ਆ ਰਿਹਾ ਉਹਦੇ ਨਾਲ ਜਿਹੜੀਆਂ ਇਮੀਗ੍ਰੇਸ਼ਨ ਦੇ ਦੋ ਬਿੱਲ, ਇੱਕ ਡਰੀਮਰਸ ਦਾ ਡਾਕਾ ਵਾਲਾ ਬੱਚਿਆਂ ਦਾ ਤੇ ਇੱਕ ਜਿਹੜਾ ਸੀ ਐਗਰੀਕਲਚਰ ਵਰਕਰ ਤੇ TPS ਵਾਲਾ, ਉਹਨੂੰ ਜੋੜ ਕੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹਦੇ ਵਿੱਚ ਇਮੀਗ੍ਰੇਸ਼ਨ ਬਾਰੇ ਜਿਹੜਾ ਹੈਗਾ ਉਹ ਕਲਾਈਮੇਟ ਚੇਂਜ ਤੇ ਇਮੀਗ੍ਰੇਸ਼ਨ ਬਾਰੇ ਰੱਖਿਆ ਗਿਆ ਸੀਗਾ, ਪਰ ਉਹਦੇ ਵਿੱਚੋਂ ਉਹ ਕੱਢ ਦਿੱਤਾ ਗਿਆ। ਤੇ ਹੁਣ ਇਹ ਆ ਕਿ ਜਿਹੜਾ ਅਗਲਾ ਬਿੱਲ ਆ ਉਹਦੇ ਵਾਸਤੇ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਕਹਿੰਦੇ ਐਡ ਕਰਕੇ ਤਾਂ ਅਸੀਂ ਪਾਸ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਇਹਦੇ ਨਾਲ ਜਿਹੜਾ ਇਹ ਬਿੱਲ ਹੈ ਇਹ ਕਿਉਂਕਿ ਬਾਈ ਪਾਰਟੀਜ਼ਨ ਪਾਸ ਹੋਇਆ ਤੇ ਇਹਦੇ ਹੱਕ ਦੇ ਵਿੱਚ ਸੈਨੇਟ 'ਚ 69 ਵੋਟਾਂ ਪਈਆਂ ਤੇ ਖਿਲਾਫ 30 ਪਈਆਂ। ਤੇ ਇਹ ਹੁਣ ਹਾਊਸ 'ਚ ਜਾਏਗਾ, ਉੱਥੇ ਵੀ ਇਸੇ ਤਰ੍ਹਾਂ ਹੀ ਪਾਸ ਹੋਣ ਦੀ ਉਮੀਦ ਆ। ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਹੈਗੀ ਆ ਹੁਣ ਦੀ ਸਰਕਾਰ ਬਾਰੇ ਸਮਝੀ ਜਾ ਸਕਦੀ ਆ। ਤੇ ਇਹਦੇ ਨਾਲ ਹੁਣ ਦੇਖਣਾ ਇਹ ਹੋਏਗਾ ਕਿ ਕਿਸ ਤਰ੍ਹਾਂ ਇਹਦੇ 'ਤੇ ਜਿਹੜਾ ਮਤਲਬ ਪੈਸਾ ਰੱਖਿਆ ਗਿਆ ਉਹ ਅਮਰੀਕਾ ਦੇ ਵਿੱਚ ਖਰਚ ਹੁੰਦਾ, ਕਿਸ ਤਰ੍ਹਾਂ ਜੋਬਾਂ ਕ੍ਰੀਏਟ ਹੁੰਦੀਆਂ ਨੇ, ਜੋ ਕਿ ਉਮੀਦ ਆ ਕਿ ਇਹ ਸਾਰਾ ਬਹੁਤ ਵਧੀਆ ਤਰੀਕੇ ਨਾਲ ਹੋਏਗਾ। ਤੇ ਜਿਹੜਾ ਹੁਣ ਵਾਲਾ ਬਿੱਲ ਹੈਗਾ ਇਹਦੇ ਜਿਹੜਾ ਪੈਸਾ ਰੱਖਿਆ ਗਿਆ ਇਨਫਰਾਸਟਰਕਚਰ ਲਈ ਉਹ $1.2 ਟ੍ਰਿਲੀਅਨ ਰੱਖਿਆ ਗਿਆ। ਤੇ ਜਿਹੜਾ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਇਨਫਰਾਸਟਰਕਚਰ ਤੇ ਖਰਚ ਕੀਤੇ ਜਾਣ ਵਾਲਾ ਪੈਸਾ ਹੈ। ਸੋ ਇਹਦੇ ਵਾਸਤੇ ਅਸੀਂ ਦੋਨਾਂ ਪਾਰਟੀਆਂ ਨੂੰ ਵਧਾਈ ਦਿੰਦੇ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਕਦਮ ਕੀਤਾ। ਇਹਦੇ ਨਾਲ ਜਿਹੜੀ ਹੈਗੀ ਆ ਜਿੱਥੇ ਅਮਰੀਕਾ ਨੂੰ ਜੋ ਲੋੜ ਹੈਗੀ ਇਨਫਰਾਸਟਰਕਚਰ ਦੀ ਉਹ ਬਣੇਗਾ, ਉਹਦੇ ਨਾਲ ਜਿਹੜੀਆਂ ਲੋਕਾਂ ਨੂੰ ਜੋਬਾਂ ਵਗੈਰਾ ਵੀ ਕ੍ਰੀਏਟ ਹੋਣਗੀਆਂ, ਇਕੋਨਮੀ ਹੋਰ ਉੱਪਰ ਜਾਏਗੀ। ਹੁਣ ਜਿਵੇਂ ਪਿੱਛੇ ਰਿਪੋਰਟ ਆਈ ਸੀ ਕਿ ਇਕੋਨਮੀ ਅਮਰੀਕਾ ਦੀ ਬੜੀ ਵਧੀਆ ਚੱਲ ਰਹੀ ਆ, 6.5 ਦੇ ਦਰ 'ਤੇ ਜਿਹੜੀ ਇਕੋਨਮੀ ਆ ਉਹ ਗਰੋ ਕੀਤੀ ਆ। ਅਨਐਮਪਲੋਇਮੈਂਟ ਜਿਹੜਾ ਰੇਟ ਘਟਿਆ, ਤਾਂ ਇਹਦੇ ਨਾਲ ਇਹ ਜਿਹੜਾ ਸਾਰਾ ਇਹਦੇ ਨਾਲ ਹੋਰ ਵੀ ਜ਼ਿਆਦਾ ਇਕੋਨਮੀ ਜਿਹੜੀ ਉੱਪਰ ਜਾਏਗੀ। ਇਸ ਤੋਂ ਇਲਾਵਾ ਜਿਹੜੀ ਦੂਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਵੇਂ ਆਪਾਂ ਦੱਸਿਆ ਹੀ ਤੁਹਾਨੂੰ ਪਿਛਲੀ ਵਾਰੀ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਾਰਡਰ 'ਤੇ ਜਿਹੜੀਆਂ ਡਿਪੋਟੇਸ਼ਨਾਂ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਲੋਕਾਂ ਨੂੰ ਰੋਕਣ ਵਾਸਤੇ ਕਿ ਬੰਦੇ ਅੰਦਰ ਆ ਕੇ ਆਪਣੇ ਕੇਸ ਨਾ ਕਰ ਸਕਣ, ਉੱਥੋਂ ਹੀ ਡਿਪੋਰਟ ਕੀਤਾ ਜਾਵੇ, ਉਹ ਡਿਪੋਟੇਸ਼ਨਾਂ ਕਾਫੀ ਵਧਾ ਦਿੱਤੀਆਂ ਨੇ। ਤੇ ਇਹ ਵਧਾਉਣੀਆਂ ਇਸ ਕਰਕੇ ਜ਼ਰੂਰੀ ਸੀਗੀਆਂ ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿ ਇਹਨਾਂ ਨੇ ਬਾਰਡਰ ਜਿਹੜਾ ਖੋਲ੍ਹ ਦਿੱਤਾ, ਜੋ ਕਿ ਸੱਚ ਨਹੀਂ ਸੀ। ਪਰ ਇੱਕ ਕਿਸਮ ਦਾ ਇੰਪਰੈਸ਼ਨ ਸੀਗਾ ਕਿ ਇਹਨਾਂ ਨੇ ਉੱਥੇ ਬਾਰਡਰ 'ਤੇ ਬਹੁਤ ਨਰਮੀ ਕੀਤੀ, ਜਿਹਦੇ ਕਰਕੇ ਹਜ਼ਾਰਾਂ ਬੱਚੇ ਆਪਣੇ ਪੇਰੈਂਟਸ ਨਾਲ ਆ ਗਏ ਤੇ ਡਿਪੋਰਟ ਨਹੀਂ ਕਰ ਰਹੇ। ਉਹ ਇਹਨਾਂ ਨੇ ਹੁਣ ਜ਼ਿਆਦਾ ਜਿਹੜੀ ਡਿਪੋਟੇਸ਼ਨਾਂ ਨੇ ਉਹ ਫਾਸਟ ਕਰ ਦਿੱਤੀਆਂ ਨੇ। ਤੇ ਹੁਣ ਇਹ ਆ ਵੀ ਜਿਹੜੇ ਉੱਥੇ ਬਾਰਡਰ 'ਤੇ ਆਉਂਦੇ ਆ ਤੇ ਜਿਨ੍ਹਾਂ ਬਾਰੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਕੇਸ ਨੇ ਉਹ ਕੋਰਟ ਦੇ ਵਿੱਚ ਅੱਗੇ ਜਾਣ ਦੇ ਯੋਗ ਨਹੀਂ, ਜਾਂ ਜਿਹੜੇ ਅਸਾਈਲਮ ਦੇ ਗਰਾਊਂਡ ਨੇ ਉਹਨਾਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਇਹ ਡਿਪੋਰਟ ਕਰਦੇ ਆ। ਪਰ ਜੇ ਕੋਈ ਕਹਿ ਦੇਵੇ ਕਿ ਮੈਨੂੰ ਖਤਰਾ ਆ ਤੇ ਉਹਦਾ ਖਤਰਾ ਜਿਹੜਾ ਅਸਾਈਲਮ ਦੇ 5 ਗਰਾਊਂਡਾਂ ਦੇ ਵਿੱਚ ਆਉਂਦਾ ਹੋਵੇ, ਉਹਨੂੰ ਡਿਪੋਰਟ ਨਹੀਂ ਕੀਤਾ ਜਾਏਗਾ। ਪਰ ਦੂਜਿਆਂ ਵਾਸਤੇ ਇਹ ਜਿਹੜਾ ਹੈਗਾ ਉਹ
ਹੁਣ ਕਾफ़ी ज़्यादा ਜਿਹੜੀ डिपोटेशन हैगी ਆ ਉਹ ਸਰਕਾਰ ਨੇ ਵਧਾਈ ਆ। ਤੇ ਇਹ ਕਹਿ ਰਹੇ ਨੇ ਕਿ ਜਿਹੜਾ ਡਾਟਾ ਆਇਆ ਕਿ ਜਿਹੜਾ ਮੈਕਸੀਕੋ ਬਾਰਡਰ ਆ ਉੱਥੇ ਜੁਲਾਈ ਦੇ ਵਿੱਚ 2,10,000 ਜਿਹੜੇ ਮਾਈਗ੍ਰੈਂਟਸ ਆਏ ਉਹਨਾਂ ਨੂੰ ਐਪਰੀਹੈਂਡ ਕੀਤਾ ਗਿਆ, ਉਹ ਫੜਿਆ ਗਿਆ। ਤੇ ਉਹਨਾਂ ਚੋਂ 80,000 ਪੇਰੈਂਟਸ ਆਏ ਸੀ ਆਪਣੇ ਬੱਚਿਆਂ ਦੇ ਨਾਲ। 80,000 ਪੇਰੈਂਟਸ ਨਾਲ 19,000 ਬੱਚੇ ਸੀ। ਤੇ 19,000 ਉਹਨਾਂ ਦੀ ਫੈਮਿਲੀ ਦੇ ਬੱਚੇ ਨਹੀਂ ਸੀ, 80,000 ਤਾਂ ਸੀਗੇ ਪੇਰੈਂਟਸ ਦੇ ਬੱਚੇ। 19,000 ਹੋਰ ਬੱਚੇ ਆਏ ਉਹਨਾਂ ਦੇ ਨਾਲ, ਜਿਵੇਂ ਕਿਸੇ ਨੇ ਆਪਣਾ ਬੱਚਾ ਭੇਜਤਾ ਕਿ ਲੈ ਜਾਓ ਅਮਰੀਕਾ, ਇਸ ਤਰ੍ਹਾਂ। ਤੇ ਉਹਨਾਂ ਨੂੰ ਜਿਹੜਾ ਹੈਗਾ ਇੰਨੇ ਲੋਕਾਂ ਨੂੰ ਦੇਖੋ ਤੁਸੀਂ ਉੱਥੇ ਐਪਰੀਹੈਂਡ ਕੀਤਾ ਗਿਆ ਇਕੱਲੇ ਜੁਲਾਈ ਦੇ ਮਹੀਨੇ ਦੇ ਵਿੱਚ। ਸੋ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੇ ਕੁ ਲੋਕੀ ਜਿਹੜੇ ਆ ਉਹ ਬਾਰਡਰ ਤੇ ਆਉਂਦੇ ਪਹਿਲਾਂ ਵੀ ਸੀਗੇ, ਕੋਈ ਪਹਿਲੀ ਵਾਰੀ ਨਹੀਂ ਆ ਰਹੇ, ਪਰ ਇੰਪਰੈਸ਼ਨ ਹੋ ਗਿਆ ਸੀ ਲੋਕਾਂ ਨੂੰ ਕਿ ਇਹਨਾਂ ਨੇ ਬਾਰਡਰ ਖੋਲ੍ਹਤਾ, ਜਿਹੜਾ ਮਰਜ਼ੀ ਚਲੇ ਜਾਓ। ਉਹ ਇੰਪਰੈਸ਼ਨ ਨੂੰ ਦੂਰ ਕਰਨ ਵਾਸਤੇ ਜਿਹੜੀ ਸਰਕਾਰ ਆ ਉਹਨੇ ਹੁਣ ਸਖਤੀ ਕੀਤੀ ਆ, ਡਿਪੋਟੇਸ਼ਨਾਂ ਵਧਾਈਆਂ ਨੇ, ਤਾਂ ਕਿ ਜਿਹੜੇ ਬੰਦਿਆਂ ਦਾ ਇੱਥੇ ਕੋਈ ਕਲੇਮ ਨਹੀਂ ਬਣਦਾ ਜਾਂ ਉਹਨਾਂ ਦਾ ਕੋਈ ਜਿਹੜਾ ਅਸੈਲਮ ਵਗੈਰਾ ਨਹੀਂ ਅਪਲਾਈ ਕਰਨਾ, ਖਾਸ ਕਰਕੇ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਦੇ ਹੈਗੇ ਨੇ, ਜਿਵੇਂ ਗੁਆਟੇਮਾਲਾ ਹੋ ਗਿਆ, ਹੰਡੋਰਸ ਹੋ ਗਿਆ ਤੇ ਐਲ ਸੈਲਵਾਡੋਰ ਹੋ ਗਿਆ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਤੇ ਜਿਹੜੀ ਨਰਮੀ ਤਾਂ ਸੀਗੀ, ਪਰ ਜਿਸ ਹਿਸਾਬ ਦੇ ਨਾਲ ਇਹਨੂੰ ਪ੍ਰਚਾਰ ਕੀਤਾ ਜਾ ਰਿਹਾ ਸੀ ਉਹ ਗਲਤ ਸੀ, ਕਿਉਂਕਿ ਇੰਨੀ ਜ਼ਿਆਦਾ ਨਰਮੀ ਨਹੀਂ ਸੀਗੀ। ਅੱਗੇ ਵੀ ਜਿਹੜਾ ਮਰਜ਼ੀ ਆ ਗਿਆ ਉਹਨੂੰ ਐਂਟਰੀ ਮਿਲ ਗਈ। ਕਾਫੀ ਇੱਥੇ ਬੰਦੇ ਨੇ ਜਿਨ੍ਹਾਂ ਦਾ ਕਿ ਕ੍ਰੈਡੀਬਲ ਫੀਅਰ 'ਚੋਂ ਫੇਲ ਹੋਏ ਆ, ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ, ਰੋਕਿਆ ਵੀ ਗਿਆ। ਤੇ ਕਈ ਨੇ ਜਿਹੜੇ ਅਜੇ ਤੱਕ ਜੇਲ੍ਹਾਂ 'ਚ ਨੇ, ਉਹਨਾਂ ਦੀ ਕ੍ਰੈਡੀਬਲ ਫੀਅਰ ਇੰਟਰਵਿਊ ਹੀ ਨਹੀਂ ਹੋਈ। ਪਰ ਜੇ ਆਪਾਂ ਇਹਦਾ ਮੁਕਾਬਲਾ ਕਰੀਏ ਜਿਹੜੀ ਪਿਛਲੀ ਸਰਕਾਰ ਦੇ ਨਾਲ, ਜਿਹੜੀ ਟਰੰਪ ਦੀ ਸਰਕਾਰ ਆ, ਉਹਦੇ ਨਾਲ ਜੇ ਮੁਕਾਬਲਾ ਕਰੀਏ ਤਾਂ ਫਿਰ ਉਸ ਹਿਸਾਬ ਨਾਲ ਕਾਫੀ ਜ਼ਿਆਦਾ ਨਰਮੀ ਆ, ਕਿਉਂਕਿ ਉਹਨਾਂ ਦੀ ਜਿਹੜੀ ਪਾਲਿਸੀ ਸੀਗੀ ਉਹ ਸੀਗੀ ਜ਼ੀਰੋ ਟੋਲਰੈਂਸ। ਉਸ ਪਾਲਿਸੀ ਦੌਰਾਨ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਂ-ਬਾਪ ਤੋਂ ਅੱਡ ਕੀਤਾ ਜਾਂਦਾ ਸੀ। ਜਿਹੜਾ ਵੀ ਆ ਗਿਆ ਉਹਨੂੰ ਕ੍ਰੈਡੀਬਲ ਫੀਅਰ ਇੰਟਰਵਿਊ 'ਚੋਂ ਫੇਲ ਕਰਕੇ ਤੇ ਡਿਪੋਰਟ ਕੀਤਾ ਜਾਂਦਾ ਸੀ। ਤੁਹਾਨੂੰ ਯਾਦ ਹੀ ਹੋਊਗਾ ਕਿ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਇੱਥੋਂ ਜਹਾਜ਼ ਭਰ ਕੇ ਇੰਡੀਆ ਵੀ ਜਾਂਦੇ ਸੀਗੇ। ਤੇ ਉਹਦੇ ਮੁਕਾਬਲੇ ਤਾਂ ਪਾਲਿਸੀ ਕਾਫੀ ਨਰਮ ਹੈ, ਪਰ ਉੱਦਾਂ ਜੇ ਦੇਖਿਆ ਜਾਵੇ ਤਾਂ ਓਵਰਆਲ ਇਸ ਕਿਸਮ ਦੀ ਨਰਮੀ ਨਹੀਂ ਹੈਗੀ ਕਿ ਜਿਹੜਾ ਮਰਜ਼ੀ ਆ ਜਾਵੇ। ਪਰ ਉਹਨੂੰ ਇਹਨਾਂ ਨੇ ਹੁਣ ਠੀਕ ਕਰਨ ਵਾਸਤੇ ਜਿਹੜਾ ਇੰਪਰੈਸ਼ਨ ਇਹ ਪਿਆ ਸੀਗਾ, ਹੁਣ ਬਾਰਡਰ ਤੇ ਜਿਹੜੀ ਐਪਰੀਹੈਂਸ਼ਨ ਫੜਨਾ ਤੇ ਜਿਹੜੀ ਹੈਗੀ ਡੈਪੋਟੇਸ਼ਨ ਉਹ ਵਧਾ ਦਿੱਤੀ ਆ। ਤੇ ਇਹਨਾਂ ਨੇ ਲੇਕਿਨ ਇਹ ਆ ਕਿ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਨਹੀਂ ਕੀਤਾ ਜਾਂਦਾ। ਜਿਹੜੇ ਆਉਂਦੇ ਨੇ ਉਹਨਾਂ ਨੂੰ ਮਾਂ-ਬਾਪ ਦੇ ਨਾਲ ਰੱਖ ਕੇ ਹੀ ਡਿਪੋਰਟ ਕੀਤਾ ਜਾਂਦਾ, ਜੇ ਉਹਨਾਂ ਦਾ ਕੋਈ ਗਰਾਊਂਡ ਨਾ ਹੋਵੇ। ਪਰ ਜੇ ਉਹ ਕਹਿ ਦੇਣ ਕਿ ਸਾਨੂੰ ਖਤਰਾ ਆਪਣੀ ਕੰਟਰੀ 'ਚ, ਤੇ ਖਤਰਾ ਜਿਹੜਾ ਹੈਗਾ ਸੈਲਮ ਦੇ 5 ਗਰਾਊਂਡਾਂ ਦੇ ਅੰਡਰ ਹੋਵੇ, ਉਹਨਾਂ ਨੂੰ ਇੱਥੇ ਇਮੀਗ੍ਰੇਸ਼ਨ ਜੱਜ ਕੋਲ ਆਪਣਾ ਕੇਸ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਂਦਾ। ਇਹਦੇ ਨਾਲ ਜਿਹੜੀ ਹੋਰ ਤੀਜੀ ਅਮਰੀਕਾ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਖਬਰ ਆ, ਉਹ ਹੈਗੀ ਆ ਓਲੰਪਿਕਸ ਤੋਂ। ਓਲੰਪਿਕਸ ਤੁਹਾਨੂੰ ਪਤਾ ਹੀ ਆ ਕਿ ਹੁਣ ਉਹ ਖਤਮ ਹੋ ਗਈਆਂ ਨੇ। ਇਹਦੇ ਵਿੱਚ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਜਿਹੜੇ ਮੈਡਲ ਆ ਉਹ ਮਿਲੇ ਨੇ। ਅਮਰੀਕਾ ਨੂੰ 골ਡ ਮੈਡਲ ਮਿਲੇ ਆ 39, ਸਿਲਵਰ ਮਿਲੇ ਆ 41, ਬ੍ਰੌਂਜ਼ ਮਿਲੇ ਆ 33 ਤੇ ਟੋਟਲ ਮਿਲੇ ਆ 113। ਦੂਜੇ ਨੰਬਰ ਤੇ ਚਾਈਨਾ ਹੈ, ਤੇ ਚਾਈਨਾ ਨੂੰ ਵੀ ਐਤਕੀ 38 골ਡ, 32 ਸਿਲਵਰ, 18 ਜਿਹੜੇ ਹੈਗੇ ਬ੍ਰੌਂਜ਼ ਤੇ ਟੋਟਲ ਹੈਗੇ 88। ਤੇ ਫਿਰ ਜਾਪਾਨ ਦਾ ਨੰਬਰ ਹੈ ਜੀ, ਜਾਪਾਨ ਨੂੰ ਮਿਲੇ ਆ 27 ਤੇ 골ਡ, ਫਿਰ 14, 17 ਤੇ ਟੋਟਲ 58। ਸੋ ਇਸ ਤਰ੍ਹਾਂ ਫਿਰ ਬਾਕੀ ਮੁਲਕ ਨੇ ਗ੍ਰੇਟ ਬ੍ਰਿਟਨ, ਰਸ਼ੀਅਨ ਓਲੰਪਿਕ ਕਮੇਟੀ, ਆਸਟ੍ਰੇਲੀਆ, ਨੀਦਰਲੈਂਡ। ਤੇ ਐਤਕੀ ਵੱਡੀ ਗੱਲ ਇਹ ਆ ਵੀ ਇੰਡੀਆ ਨੂੰ ਵੀ 골ਡ ਮਿਲਿਆ, ਜੋ ਕਿ ਬਹੁਤ ਚੰਗੀ ਗੱਲ ਆ। ਤੇ ਇੰਡੀਆ ਨੂੰ ਵੀ ਬਹੁਤ ਸਾਲਾਂ ਬਾਅਦ ਇੱਕ 골ਡ ਮਿਲਿਆ, ਤੇ ਇੰਡੀਆ ਨੂੰ ਜਿਹੜੇ ਟੋਟਲ ਮੈਡਲ ਜਿਹੜੇ ਹੈਗੇ ਆ ਉਹ 7 ਮਿਲੇ ਆ। ਤੇ 골ਡ ਵੀ ਮਿਲਿਆ, ਸਿਲਵਰ ਵੀ ਮਿਲੇ ਆ, ਤੇ ਜਿਹੜੇ ਬ੍ਰੌਂਜ਼ ਆ ਉਹ ਵੀ ਮਿਲੇ ਆ। ਸੋ ਇਹ ਬਹੁਤ ਜਿਹੜੀ ਹੈਗੀ ਆ ਖੁਸ਼ੀ ਦੀ ਗੱਲ ਹੈ ਕਿ ਇੰਡੀਆ ਵੀ ਹੁਣ ਜਿਹੜਾ ਸਪੋਰਟਸ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਅੱਗੇ ਨਾਲੋਂ ਅੱਗੇ ਆ ਰਿਹਾ। ਸਾਡੀ ਹਾਕੀ ਦੀ ਟੀਮ ਦਾ ਪ੍ਰਦਰਸ਼ਨ ਬੜਾ ਵਧੀਆ ਰਿਹਾ। ਐਥਲੈਟਿਕਸ ਦੇ ਵਿੱਚ ਹੋਰਾਂ ਜਿਹੜਿਆਂ ਬੜੀ ਐਤਕੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਕਾਰਗੁਜ਼ਾਰੀ ਰਹੀ ਆ। ਸੋ ਜਿਹੜਾ 1 ਮਿਲਿਆ 골ਡ, 2 ਸਿਲਵਰ, 4 ਬ੍ਰੌਂਜ਼ ਤੇ ਟੋਟਲ 7। ਪਰ ਅਸੀਂ ਕਿਉਂਕਿ ਇੱਥੇ ਅਮਰੀਕਾ 'ਚ ਰਹਿੰਦੇ ਹਾਂ, ਸੋ ਇਸ ਕਰਕੇ ਅਮਰੀਕਾ ਦੀ ਜਿਹੜੀ ਟੋਟਲ ਮੈਡਲ ਨੇ ਉਹ ਸਭ ਤੋਂ ਵੱਧ ਨੇ 113। ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਸੈਲਮ ਕੇਸਾਂ ਬਾਰੇ ਇਮੀਗ੍ਰੇਸ਼ਨ ਕੋਰਟਾਂ ਤੋਂ ਆ। ਹੁਣ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਉਹ ਜ਼ਿਆਦਾ ਜਿਹੜੀਆਂ ਹੈਗੀਆਂ ਰਿਟਨ ਪਲੀਡਿੰਗਸ ਨਾਲ ਲੈ ਰਹੀਆਂ ਨੇ, ਤੇ ਉਹ ਪਲੀਡਿੰਗ ਲਿਖ ਕੇ ਦੇਣੀ ਪੈਂਦੀ ਆ। ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਇੰਡੀਵਿਜੂਅਲ ਡੇਟ ਦੇ ਦਿੰਦੇ ਆ। ਕਈ ਜੱਜ ਜਿਹੜੇ ਹੈਗੇ ਉਹ ਨਾਲ ਇਹ ਆਰਡਰ ਭੇਜ ਦਿੰਦੇ ਵੀ 60 ਦਿਨ ਦੇ ਅੰਦਰ ਜੋ ਵੀ ਡਾਕੂਮੈਂਟਸ ਹੈਗੇ, ਸਪੋਰਟਿੰਗ ਡਾਕੂਮੈਂਟ, ਜਿਵੇਂ ਮਤਲਬ ਕਿਸੇ ਦੇ ਐਫੀਡੇਵਿਟ ਹੁੰਦੇ ਨੇ, ਪਾਰਟੀ ਦਾ ਲੈਟਰ ਹੁੰਦਾ, ਮੈਡੀਕਲ ਲੈਟਰ ਹੁੰਦੇ ਨੇ, ਜਾਂ ਕੰਟਰੀ ਰਿਪੋਰਟਾਂ ਹੁੰਦੀਆਂ, ਉਹ ਸਾਰੇ ਜਮ੍ਹਾਂ ਕਰਾਓ। ਤੇ ਉਹ ਫਿਰ ਫਾਈਨਲ ਡੇਟਾਂ ਜਿਹੜੀਆਂ ਹੈਗੀਆਂ ਉਹ ਦੇ ਰਹੇ ਆ। ਪਰ ਮਤਲਬ ਕਈ ਕੇਸਾਂ ਦੇ ਵਿੱਚ ਜਿਹੜੀਆਂ ਟੈਲੀਫੋਨਿਕ ਹੀਅਰਿੰਗਸ
ਜਾਂ ਜਿਹੜੀਆਂ ਸਪੈਸ਼ਲ ਅਪੀਅਰੈਂਸਿਸ ਹੁੰਦੀਆਂ ਨੇ। ਇੰਡੀਵਿਜੂਅਲ ਡੇਟਾਂ ਜਿਹੜੀਆਂ ਫਾਈਨਲ ਹੈਗੀਆਂ ਉਹ ਜ਼ਰੂਰ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਕਈ ਜਿਹੜੀਆਂ ਹੈਗੀਆਂ ਮਤਲਬ ਸਟੇਟਾਂ ਦੇ ਵਿੱਚ ਇਮੀਗ੍ਰੇਸ਼ਨ ਕੋਰਟਾਂ 'ਚ ਆਪਸ਼ਨ ਹੈਗੀ ਆ ਵੀ ਟੈਲੀਫੋਨ ਤੇ ਤੁਸੀਂ ਜਾਂ ਉਸ ਤਰੀਕੇ ਨਾਲ ਕਰਾ ਸਕਦੇ ਹੋ, ਪਰ ਜ਼ਿਆਦਾਤਰ ਇਨ ਪਰਸਨ ਜਿਹੜੀਆਂ ਹੁੰਦੀਆਂ ਤੇ ਉੱਥੇ ਜਿਹੜਾ ਪੂਰਾ ਮਤਲਬ ਖਿਆਲ ਰੱਖਿਆ ਜਾਂਦਾ ਸੋਸ਼ਲ ਡਿਸਟੈਂਸਿੰਗ ਵਗੈਰਾ ਦਾ। ਉਹਦੇ ਨਾਲ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਜਿਹੜਾ ਥੋੜ੍ਹਾ ਰਵੱਈਆ ਉਹ ਵੀ ਅੱਗੇ ਨਾਲੋਂ ਹੁਣ ਇਮੀਗ੍ਰੇਸ਼ਨ ਦੇ ਹੱਕ 'ਚ ਹੋ ਰਿਹਾ। ਜਿਹੜੇ ਹੁਣ ਪਿੱਛੇ ਕੁਝ ਡਿਸੀਜਨ ਆਏ ਨੇ ਉਹ ਕਾਫੀ ਇਮੀਗ੍ਰੇਸ਼ਨ ਦੇ ਫੇਵਰ 'ਚ ਆਏ ਨੇ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਇਹ ਬੜੀ ਫੇਅਰ ਹੈਗੀ ਆ, ਇਮੀਗ੍ਰੇਸ਼ਨ ਦੇ ਹੱਕ 'ਚ ਹੈ। ਖਾਸ ਕਰਕੇ ਜਿਹੜੇ ਅਟਾਰਨੀ ਜਨਰਲ ਨੇ ਉਹ ਜਿਹੜੇ ਹੁਣ ਪੁਰਾਣੇ ਡਿਸੀਜਨ ਸੀਗੇ ਪੁਰਾਣੀ ਐਡਮਿਨਿਸਟ੍ਰੇਸ਼ਨ ਦੇ ਉਹਨੂੰ ਰਿਵਰਸ ਕਰ ਰਹੇ ਨੇ ਇੱਕ ਇੱਕ ਕਰਕੇ। ਉਹਦਾ ਵੀ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਰਿਹਾ। ਤੇ ਜਿਹੜੇ ਅਸਾਈਲਮ ਆਫਿਸ ਦੇ ਵਿੱਚ ਜਿਨ੍ਹਾਂ ਦੇ ਕੇਸ ਅਟਕੇ ਪਏ ਨੇ ਬਹੁਤ ਦੇਰ ਤੋਂ, ਜਿਵੇਂ ਕਈਆਂ ਨੇ 2015 'ਚ ਕੀਤਾ, 16 'ਚ ਕੀਤਾ, ਉਹਨਾਂ ਦੀ ਕੋਈ ਡੇਟਾ ਨਹੀਂ ਆਈਆਂ ਸੀ, ਉਹ ਵੀ ਡੇਟਾ ਹੁਣ ਲੈ ਸਕਦੇ ਨੇ। ਕਿਉਂਕਿ ਇਹਨਾਂ ਨੇ ਜਿਹੜਾ ਮਤਲਬ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਇੱਕ ਬਾਰ ਲਾਇਆ ਸੀ ਕਿ ਜਿਹੜੇ ਬੰਦੇ ਬੜੀ ਦੇਰ ਤੋਂ ਆਏ ਆ 18 ਤੋਂ ਪਹਿਲਾਂ ਵਾਲੇ ਉਹਨਾਂ ਨੂੰ ਡੇਟਾ ਨਹੀਂ ਦੇਣੀਆਂ, 18 ਤੋਂ ਬਾਅਦ ਵਾਲਿਆਂ ਨੂੰ ਦੇਣੀਆਂ ਨੇ। ਉਹ ਜਿਹੜਾ ਬਾਰ ਆ ਉਹਨਾਂ ਨੇ ਖ਼ਤਮ ਕਰਤਾ ਤੇ ਹੁਣ ਜਿਹੜੀਆਂ ਡੇਟਾ ਵਗੈਰਾ ਹੈਗੀਆਂ ਉਹ ਤੁਸੀਂ ਲੈ ਸਕਦੇ ਹੋ। ਤੇ ਇਹਦੇ ਨਾਲ ਜਿਹੜੀ ਆਪਣੀ ਸਿਟੀਜ਼ਨਸ਼ਿਪ ਬਾਰੇ ਅਪਡੇਟ ਹੈਗੀ ਆ ਉਹ ਇਹ ਹੈਗੀ ਆ ਕਿ USCIS ਨੇ ਕਿਹਾ ਕਿ ਅਸੀਂ ਜਿਹੜੀ ਪ੍ਰੋਸੈਸਿੰਗ ਆ ਉਹਨੂੰ ਫਾਸਟ ਕਰਾਂਗੇ। ਅਜੇ ਜਿਹੜੇ ਹੈਗੇ 10 ਤੋਂ 12 ਮਹੀਨੇ ਲੱਗ ਰਹੇ ਆ ਡੇਟ ਆਉਣ ਲਈ, ਪਰ ਉਹ ਕਹਿੰਦੇ ਆ ਵੀ ਅਸੀਂ ਤੇਜ਼ ਕਰਾਂਗੇ ਤੇ ਉਹਦੇ ਨਾਲ ਉਹ ਇਹਨੂੰ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿੰਨਾ ਵੀ ਤੇਜ਼ ਇਹ ਹੋ ਸਕੇ ਪ੍ਰੋਸੈਸ। ਤੇ ਇਹ ਤਾਂ ਸੀਗੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਹੈਗੇ ਆ ਉਹ ਸਵਾਲਾਂ ਦੇ ਜਵਾਬ ਦੇਣ ਦਾ, ਤੇ ਉਹਦੇ 'ਚ ਮੈਂ ਤੁਹਾਨੂੰ ਜਿਹੜੇ ਮੇਨ ਤੁਹਾਡੇ ਸਵਾਲਾਂ ਦੇ ਜਵਾਬ ਨੇ ਉਹ ਦੇਣ ਦੀ ਕੋਸ਼ਿਸ਼ ਕਰਦਾ ਜਿਹੜੀ ਸਾਡੀ ਲੇਟੈਸਟ ਵੀਡੀਓ ਆ ਉਹਦੇ ਤੇ ਅਗਾਂਹ ਤੋਂ ਵੀ ਜਿਹੜੇ ਤੁਸੀਂ ਕੋਈ ਸਵਾਲ ਪੁੱਛਣੇ ਆ ਉਹ ਤੁਸੀਂ ਮੈਨੂੰ ਲਿਖ ਕੇ ਭੇਜੋ, ਮੈਂ ਜਵਾਬ ਦਿਆਂਗਾ। ਪਹਿਲਾ ਸਵਾਲ ਹੈ ਜੀ ਕਿ ਮੇਰੇ ਪਿਤਾ ਜੀ ਨੇ F3 ਵੀਜ਼ਾ ਅਪਲਾਈ ਕੀਤਾ ਸੀ 2009 'ਚ, ਉਹ US ਸਿਟੀਜ਼ਨ ਨੇ ਤੇ ਕਿੰਨਾ ਟਾਈਮ ਲੱਗੂਗਾ? ਮੇਰਾ ਬੇਟਾ 21 ਸਾਲ ਦਾ ਹੋ ਗਿਆ, ਕੋਈ ਇਸ਼ੂ ਹੋਊਗਾ ਉਹਨੂੰ ਆਉਣ 'ਚ ਕਿ ਨਹੀਂ? ਇਹਦੇ ਬਾਰੇ ਜਿਵੇਂ ਲਾਸਟ ਟਾਈਮ ਤੁਹਾਨੂੰ ਮੈਂ ਦੱਸਿਆ ਸੀ, ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆਇਆ ਉਹਦੀਆਂ ਡੇਟਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਪੜ੍ਹ ਦਿੰਦਾ। ਜਿਹੜੀ F4 ਕੈਟੇਗਰੀ ਆ ਭਰਾ ਭੈਣ ਵਾਲੀ ਉੱਥੇ ਚੱਲ ਰਿਹਾ ਜੀ 1 ਸਤੰਬਰ 2005। F3 ਕੈਟੇਗਰੀ ਜਿਹਦੇ ਬਾਰੇ ਗੱਲ ਕਰ ਰਹੇ ਨੇ ਉਹ ਹੈਗੀ ਆ ਮੈਰਿਡ ਜਿਹੜੇ ਬੱਚੇ ਨੇ US ਸਿਟੀਜ਼ਨ ਦੇ ਜੀ, ਉੱਥੇ ਚੱਲ ਰਿਹਾ 8 ਨਵੰਬਰ 2008। F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ, ਉਹ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਨੇ ਜਾਂ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਆ। F1 ਚੱਲ ਰਿਹਾ 22 ਨਵੰਬਰ 2014। ਤੇ ਜਿਹੜੀਆਂ ਡੇਟਾਂ ਤੇ ਫਾਈਨਲ ਐਕਸ਼ਨ ਜਿਹੜਾ ਹੈਗਾ ਉਹ ਹੋਣਾ ਸ਼ੁਰੂ ਹੋਇਆ ਤੇ NVC ਜਿਹੜੀ ਨੈਸ਼ਨਲ ਵੀਜ਼ਾ ਸੈਂਟਰ ਡਾਕੂਮੈਂਟਸ ਮੰਗ ਰਹੇ ਨੇ, ਜਿਵੇਂ ਕਿ ਸਿਵਲ ਡਾਕੂਮੈਂਟ ਹੋ ਜਾਂਦੇ ਨੇ, ਜਿਹੜੀ ਪਾਸਪੋਰਟ ਦੀ ਜਿਹੜੀ ਕਲੀਅਰੈਂਸ, ਪੁਲਿਸ ਕਲੀਅਰੈਂਸ, ਤੁਹਾਡੇ ਪਾਸਪੋਰਟ ਦੀਆਂ ਕਾਪੀਆਂ, ਬਰਥ ਸਰਟੀਫਿਕੇਟਾਂ ਦੀਆਂ ਕਾਪੀਆਂ, ਮੈਰਿਜ ਸਰਟੀਫਿਕੇਟਾਂ ਦੀਆਂ, ਉਹਦੇ ਨਾਲ ਐਫੀਡੇਵਿਟ ਆਫ ਸਪੋਰਟ ਜਿਹੜਾ ਇੱਥੇ ਕੋਈ ਰਿਲੇਟਿਵ ਹੈ ਉਹਦੇ ਟੈਕਸ ਦੇ ਪੇਪਰ, ਇਹ ਸਾਰੀਆਂ ਚੀਜ਼ਾਂ ਉਹ ਡੇਟਾ ਹੈਗੀਆਂ ਜੀ। F4 ਕੈਟੇਗਰੀ ਜਿਹੜੀ ਭੈਣ ਭਰਾ ਵਾਲੀ ਆ 1 ਦਸੰਬਰ 2005। F3 'ਚ ਹੈਗਾ 22 ਅਗਸਤ 2009। F2B ਕੈਟੇਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਬੱਚੇ ਅਨਮੈਰਿਡ 22 ਸਤੰਬਰ 2016। F2A ਕੈਟੇਗਰੀ ਜਿਹੜੇ ਸਪਾਊਸਿਸ ਨੇ ਗ੍ਰੀਨ ਕਾਰਡ ਹੋਲਡਰ ਦੇ 1 ਜੂਨ 2021 ਤੇ F1 ਦੀ 15 ਮਈ 2016। ਹੁਣ ਇਹਨਾਂ ਦਾ ਸਵਾਲ ਹੈ ਕਿ F3 ਕੈਟੇਗਰੀ 'ਚ ਅਪਲਾਈ ਕੀਤਾ ਸੀ 2009 'ਚ, ਹੁਣ ਚੱਲ ਰਿਹਾ ਜੀ 8 ਨਵੰਬਰ 2008। ਤੇ ਜੇ ਤੁਸੀਂ 9 'ਚ ਅਪਲਾਈ ਕੀਤਾ ਤੇ ਬੱਚੇ ਦੀ ਉਮਰ 21 ਤੋਂ ਉੱਪਰ ਹੋ ਗਈ ਆ, ਇਹਨੂੰ ਤਕਰੀਬਨ ਅਜੇ ਹੋਰ ਸਾਲ ਲੱਗ ਸਕਦਾ ਇੰਟਰਵਿਊ ਆਉਣ ਲਈ। ਪਰ ਇਹ ਦੇਖਣਾ ਪਏਗਾ ਕਿ ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋਏਗੀ ਉਦੋਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਕੈਲਕੂਲੇਸ਼ਨ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ। ਜਿਹੜੀ ਕੈਲਕੂਲੇਸ਼ਨ ਹੈਗੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਉਹ ਇਹ ਆ ਕਿ ਜਦੋਂ ਕੇਸ ਅਪਲਾਈ ਕੀਤਾ ਸੀ ਤੁਹਾਡੇ ਫਾਦਰ ਸਾਹਿਬ ਨੇ ਉਹ ਡੇਟ ਦੇਖੋ, ਜਦੋਂ ਅਪਰੂਵ ਹੋਇਆ ਉਹ ਡੇਟ ਦੇਖੋ, ਕਿਉਂਕਿ ਜਦੋਂ ਅਪਲਾਈ ਕਰਦੇ ਆ ਉਹ ਡੇਟ ਹੋਰ ਹੁੰਦੀ ਆ। ਅਪਰੂਵਲ ਕਈ ਵਾਰ ਤਾਂ 6-6 ਮਹੀਨੇ 'ਚ ਆ ਜਾਂਦੀ ਆ, ਕਈ ਵਾਰੀ 6-6 ਸਾਲ ਨਹੀਂ ਆਉਂਦੀ, ਅੱਜ ਕੱਲ੍ਹ ਤਾਂ 8-9 ਸਾਲ ਬਾਅਦ ਆਉਂਦੀ ਆ ਅਪਰੂਵਲ। ਤੇ ਉਹ ਜਿਹੜਾ ਟਾਈਮ ਹੈ ਉਹ ਜਦੋਂ ਪ੍ਰਾਇਓਰਟੀ ਡੇਟ ਕਰੰਟ ਫੈਕਟ ਤੁਹਾਡੀ ਅਗਲੇ ਸਾਲ ਹੋ ਜਾਂਦੀ ਆ, ਉਦੋਂ ਬੱਚੇ ਦੀ ਜਿੰਨੀ ਵੀ ਉਮਰ ਹੈ 21 ਸਾਲ ਹੋਵੇ, 22 ਹੋਵੇ, 23 ਹੋਵੇ, ਉਹਦੀ ਉਮਰ 'ਚੋਂ ਟਾਈਮ ਕੱਢੋ। ਜੇ ਉਹ ਟਾਈਮ ਕੱਢ ਕੇ 21 ਸਾਲ ਤੋਂ ਘੱਟ ਰਹਿ ਜਾਂਦਾ ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ ਮਤਲਬ ਕਵਰ ਹੋ ਕੇ ਇੱਥੇ ਆ ਸਕਦਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਅਸੀਂ ਇਟਲੀ ਦੇ ਵਿੱਚ ਹੈਗੇ ਆ, ਇਟਾਲੀਅਨ ਸਿਟੀਜ਼ਨ ਨੇ ਤੇ ਮੇਰੇ ਮਦਰ ਇਨ ਲਾਅ ਨੇ ਅਪਲਾਈ ਕੀਤਾ ਸੀ ਸਾਡਾ 2014 'ਚ, ਤੇ ਮੈਂ ਜਾਣਨਾ ਚਾਹੁੰਦਾ ਵੀ ਕਿੰਨਾ ਟਾਈਮ ਲੱਗੂਗਾ ਤੇ ਮੇਰਾ ਜਿਹੜਾ ਬੇਟਾ ਉਹ 17 ਸਾਲ ਦਾ ਹੋ ਗਿਆ। ਇਹ ਸੇਮ ਕਿਸਮ ਦਾ ਕੁਐਸਚਨ ਹੈ। F3 ਕੈਟੇਗਰੀ ਬਾਰੇ ਗੱਲ ਕਰ ਰਹੇ ਨੇ ਤੇ ਜੇ 2014 'ਚ ਕੀਤਾ ਇਹ ਤਾਂ 2008 ਚੱਲ ਰਿਹਾ
ਤੇ ਇਹਨੂੰ ਅਜੇ ਟਾਈਮ ਲੱਗੂਗਾ, 7-8 ਸਾਲ ਲੱਗ ਸਕਦੇ ਆ। ਤੇ ਬੱਚਾ ਇਹ 17 ਸਾਲ ਦਾ ਜਦੋਂ 21 ਤੋਂ ਉੱਪਰ ਹੋ ਗਿਆ ਤਾਂ ਉਹੀ ਜੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੁੰਦਾ ਤਾਂ ਆ ਸਕਦਾ। ਉਹਦੇ ਬਾਰੇ ਮੈਂ ਦੱਸ ਕੇ ਹਟਿਆ ਹਾਂ ਤੁਹਾਨੂੰ ਉਹਦੀ ਕੈਲਕੂਲੇਸ਼ਨ ਬਾਰੇ। ਅਗਲਾ ਸਵਾਲ ਹੈ ਜੀ ਕਿ ਸਾਡਾ ਕੇਸ ਹੈਗਾ 29 ਦਸੰਬਰ 2009 ਨੂੰ ਤੇ F3 ਕੈਟੇਗਰੀ 'ਚ ਆ, ਮਦਰ ਨੇ ਅਪਲਾਈ ਕੀਤਾ ਸੀ ਤੇ ਕਿੰਨਾ ਟਾਈਮ ਲੱਗੂਗਾ? ਇਹਦੇ 'ਚ ਤੁਹਾਨੂੰ 2009 'ਚ ਹੈਗਾ, ਜੇ ਹੋਰ ਸਾਲ ਲੱਗ ਸਕਦਾ ਜੀ, ਕਿਉਂਕਿ ਅਜੇ 2008 ਚੱਲ ਰਿਹਾ। ਜਿਹੜੇ ਵੈਲਕਮ ਲੈਟਰ ਨੇ, ਜਿਹੜੇ ਫਾਈਨਲ ਪ੍ਰੋਸੈਸਿੰਗ ਡੇਟ ਆ ਇੰਡੀਆ ਦੀ, ਉਹ ਜਿਹੜੀ ਚੱਲ ਰਹੀ ਆ ਉਹ ਹੈਗੀ ਆ 22 ਅਗਸਤ 2009। ਸੋ 22 ਅਗਸਤ 2009 ਦੇ ਡਾਕੂਮੈਂਟਸ ਨੇ ਉਹ ਮੰਗੇ ਜਾ ਰਹੇ ਆ, ਪਰ ਜਿਹੜਾ ਮੇਨ ਇੰਟਰਵਿਊ ਵਗੈਰਾ ਉਹ 8 ਨਵੰਬਰ 2008 ਦੀ ਆ। ਤੁਹਾਨੂੰ ਟਾਈਮ ਲੱਗੂਗਾ ਜੀ। ਤੇ ਉਸ ਤੋਂ ਬਾਅਦ ਜੀ ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਜਿਹੜਾ 2007 'ਚ ਅਪਲਾਈ ਕੀਤਾ ਸੀ, ਉਹ ਕਹਿੰਦੇ ਆ ਕਿ ਇਹਨੂੰ ਕਿੰਨਾ ਟਾਈਮ ਲੱਗੂਗਾ? ਤੇ ਉਹ ਕਹਿ ਰਹੇ ਆ ਕਿ ਅਸੀਂ ਹੁਣ UK ਸਿਟੀਜ਼ਨ ਬਣ ਗਏ ਆ, ਪਹਿਲਾਂ ਇੰਡੀਆ ਆਏ ਸੀਗੇ। ਇਹਨੂੰ ਜੀ ਲੱਗ ਰਿਹਾ ਹੁਣ ਜਿਹੜਾ ਚੱਲ ਰਿਹਾ 1 ਸਤੰਬਰ 2005 ਤੇ ਤੁਸੀਂ 2007 'ਚ ਕੀਤਾ, ਇਹ 2 ਸਾਲ ਲੱਗ ਸਕਦੇ ਆ। ਜੇ ਤੁਸੀਂ UK ਸਿਟੀਜ਼ਨ ਹੋ ਤਾਂ ਤੁਸੀਂ ਅਪਗ੍ਰੇਡ ਕਰਾਓ ਤਾਂ ਤੁਹਾਨੂੰ ਜਿਹੜਾ ਰੈਸਟ ਆਫ ਦਾ ਵਰਲਡ ਜਿਹੜੀ ਹੈਗੀ ਕੈਟੇਗਰੀ ਉਹਦੇ ਵਿੱਚ ਉਹ ਪਾ ਸਕਦੇ ਨੇ। ਉਹਨਾਂ ਟਾਈਮ ਥੋੜ੍ਹਾ ਘੱਟ ਜਾਂਦਾ, ਪਰ ਇੰਨਾ ਫਰਕ ਨਹੀਂ, ਥੋੜ੍ਹਾ ਜਿਹਾ ਫਰਕ ਹੈਗਾ। ਅਗਲਾ ਸਵਾਲ ਹੈ ਜੀ ਕਿ ਸਾਡੀ ਜਿਹੜੀ ਇੰਟਰਵਿਊ ਜਿਹੜੀਆਂ ਹੈਗੀਆਂ F4 ਕੈਟੇਗਰੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਕੈਂਸਲ ਹੋਈਆਂ ਸੀ। ਹਾਂਜੀ, ਇੰਟਰਵਿਊ ਤਾਂ ਸ਼ੁਰੂ ਹੋ ਗਈਆਂ ਉੱਥੇ ਮੁੰਬਈ 'ਚ, ਪਰ ਪ੍ਰੋਬਲਮ ਇਹ ਆ ਕਿ ਉੱਥੇ ਪਹਿਲਾਂ ਉਹ ਜਿਹੜੇ ਹਸਬੈਂਡ ਵਾਈਫ ਦੇ ਸਿਟੀਜ਼ਨ ਨੇ ਉਹਨਾਂ ਦੀਆਂ ਇੰਟਰਵਿਊਆਂ ਕਰ ਰਹੇ, ਇਸ ਕੈਟੇਗਰੀ ਦੀਆਂ ਇੰਟਰਵਿਊ ਨਹੀਂ ਕਰ ਰਹੇ ਅਜੇ। ਸੋ ਇਹਨੂੰ ਅਜੇ ਟਾਈਮ ਲੱਗੂਗਾ, ਪਰ ਇੰਟਰਵਿਊਆਂ ਜਿਹੜੀ ਫਿਰ ਵੀ ਸ਼ੁਰੂ ਹੋ ਗਈਆਂ। ਤੇ ਸਾਡੀ ਕੋਸ਼ਿਸ਼ ਹੈਗੀ ਆ ਆਪਣੇ ਵੱਲੋਂ ਕਿ ਜਿਹੜੀ ਐਮਬੈਸੀ ਆ ਮੁੰਬਈ ਤੋਂ ਦਿੱਲੀ ਜਿਹੜੀ ਹੈਗੀ ਪੰਜਾਬ ਵਾਲਿਆਂ ਦੀ ਕਰਾਈ ਜਾਵੇ। ਉਹਦੇ ਸਿਲਸਿਲੇ ਦੇ ਵਿੱਚ ਮੈਂ ਕਈ ਲੀਡਰਾਂ ਨੂੰ ਮਿਲਿਆ ਪਿਛਲੇ ਹਫ਼ਤੇ, ਸੈਨੇਟਰਾਂ ਨੂੰ ਮਿਲਿਆ, ਕਾਂਗਰਸਮੈਨਾਂ ਨੂੰ ਮਿਲਿਆ। ਤੇ ਮੇਰੀ ਇੱਕ ਮੀਟਿੰਗ ਜਿਹੜੀ ਹੈਗੀ ਆ ਉਹ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਹਸਬੈਂਡ ਉਹਨਾਂ ਨਾਲ ਹੋਈ ਆ। ਤਾਂ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ, ਕਿਉਂਕਿ ਪੰਜਾਬ ਵਾਲਿਆਂ ਨੂੰ ਜਿਹੜਾ ਮੁੰਬਈ ਜਾਣਾ ਬਹੁਤ ਔਖਾ, ਦਿੱਲੀ ਸੌਖਾ ਆ। ਤੇ ਉਹ 'ਚ ਹੁਣ ਕੋਸ਼ਿਸ਼ ਹੈਗੀ ਆ, ਹੁਣ ਦੇਖੋ ਜੇ ਕੋਈ ਇਹ 'ਚ ਕਾਮਯਾਬੀ ਮਿਲਦੀ ਹੈ ਜੋ ਕਿ ਲੱਗਦਾ, ਤਾਂ ਉਹਦੇ ਬਾਰੇ ਫਿਰ ਤੁਹਾਨੂੰ ਜਾਣਕਾਰੀ ਦੇ ਦਿਆਂਗੇ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ਾ ਕਹਿੰਦੇ ਅਪਰੂਵ ਹੋਇਆ ਸੀ 2017 ਦੇ ਵਿੱਚ, ਤੇ ਫਿਰ ਗ੍ਰੀਨ ਕਾਰਡ 21 'ਚ ਅਪਲਾਈ ਕੀਤਾ, ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਲੱਗੂਗਾ ਜੀ, ਇਹਦੇ ਵੀਜ਼ਾ ਨੰਬਰ ਬੜੇ ਘੱਟ ਆ ਇਸ ਟਾਈਮ 'ਤੇ, ਸਿਰਫ ਸਾਲ ਦੇ 10,000 ਜਿਹੜੇ ਵੀਜ਼ਾ ਨੰਬਰ ਨੇ, ਇਸ ਹਿਸਾਬ ਨਾਲ ਕਾਫੀ ਟਾਈਮ ਲੱਗਦਾ, ਪਰ ਟਾਈਮ ਲੱਗੂਗਾ। ਤੇ ਤੁਹਾਡੀ ਜਿਹੜੀ ਫਾਈਲ ਉਹ ਤਾਂ ਸਾਰੀ ਦੇਖ ਕੇ ਮੈਂ ਹੋਰ ਜਾਂ ਡਿਟੇਲ 'ਚ ਜਿਹੜਾ ਦੱਸ ਸਕਦਾ। ਮੈਨੂੰ ਈਮੇਲ ਕਰ ਦਿਓ jpsinghattorney@gmail 'ਤੇ। ਬੈਟਰ ਤਾਂ ਇਹ ਆ ਵੀ ਜੇ ਤੁਸੀਂ ਕੋਈ ਵਕੀਲ ਕੀਤਾ ਆਪਣਾ ਤਾਂ ਉਹਦੇ ਕੋਲੋਂ ਪੁੱਛੋ, ਕਿਉਂਕਿ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਤੁਹਾਡੀ ਹੋਏਗੀ, ਉਹ ਤੁਹਾਨੂੰ ਬੈਟਰ ਗਾਈਡ ਕਰ ਸਕਦਾ, ਪਰ ਇਹਨੂੰ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਮੇਰਾ ਵਰਕ ਪਰਮਿਟ ਉਹ ਕਹਿੰਦੇ ਨੇ ਵੀ ਅਪਲਾਈ ਕੀਤਾ ਸੀ, ਅਸੀਂ ਰਿਨਿਊ ਹੁਣ ਕਰਾਉਣਾ, ਤੇ ਮੇਰੇ ਕੋਲ ASAP ਦੀ ਮੈਂਬਰਸ਼ਿਪ ਜਿਹੜੀ ਆ ਉਹਦੀ ਜਿਹੜੀ ਹੈਗੀ ਆ, ਤੇ ਮੈਨੂੰ ਦੱਸੋ ਵੀ ਮੇਰੀ ਫੀਸ 410 ਹੋਊਗੀ ਕਿ 495? ਜਦੋਂ ਤੁਸੀਂ ਅਸੈਲਮ ਦਾ ਕੇਸ ਪੈਂਡਿੰਗ ਆ ਤੁਹਾਡਾ, ਤੁਸੀਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ, ਤਾਂ ਫੀਸ 495 ਲੱਗਦੀ ਆ। ਤੇ ਪੈਂਡਿੰਗ ਕੇਸਾਂ ਜਿਹੜੀ CO8 ਕੈਟੇਗਰੀ ਆ ਉਹ 'ਚ 495 ਲੱਗੂਗੀ। ਤੇ ਇੱਕ ਹੋਰ ਸਵਾਲ ਹੈ ਜੀ, ਉਹ ਕਹਿੰਦੇ ਜਿਹਨਾਂ ਕਿਸੇ ਨੇ PD ਲਈ ਹੋਵੇ ਉਹ ਐਡਵਾਂਸ ਪੈਰੋਲ ਲਈ ਅਪਲਾਈ ਕਰ ਸਕਦੇ ਆ? ਨਹੀਂ ਕਰ ਸਕਦੇ ਜੀ। PD ਅੱਜ ਕੱਲ੍ਹ ਇਹ ਦੇ ਰਹੇ ਨੇ, ਕਿਉਂਕਿ ਇਹ ਪਹਿਲਾਂ ਪ੍ਰੋਗਰਾਮ ਓਬਾਮੇ ਨੇ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਫਿਰ ਟਰੰਪ ਨੇ ਬੰਦ ਕਰਤਾ, ਤੇ ਹੁਣ ਇਹਨਾਂ ਨੇ ਦੁਬਾਰਾ ਸ਼ੁਰੂ ਕੀਤਾ। ਤੇ PD ਆਮ ਕੇਸਾਂ 'ਚ ਆਫਰ ਕਰ ਰਿਹਾ। ਮੇਰੀ ਆ ਪਿਛਲੇ ਹਫ਼ਤੇ ਮਾਸਟਰ ਡੇਟ ਸੀਗੀ ਇੱਕ ਲਾਸ ਐਂਜਲਸ, ਤੇ ਉੱਥੇ ਜਿੰਨੇ ਵੀ ਮੇਰੇ ਤੋਂ ਪਹਿਲਾਂ 8 ਕੇਸ ਸੀਗੇ ਉਹ ਸਾਰਿਆਂ ਨੂੰ ਉਹਨਾਂ ਨੇ PD ਆਫਰ ਕੀਤੀ, ਮੈਨੂੰ ਵੀ ਕੀਤੀ ਆਫਰ, ਮੇਰੇ ਕਲਾਇੰਟ ਨੂੰ ਵੀ ਤੁਸੀਂ ਦੱਸੋ PD ਲੈਣੀ ਆ। ਤੇ ਇਹ PD ਆਫਰ ਕਰ ਰਹੇ ਨੇ ਸਾਰਿਆਂ ਨੂੰ। ਉਹਦਾ ਮਤਲਬ ਇਹ ਆ ਕਿ ਜਿਹੜੇ ਕੇਸਾਂ ਦੇ ਵਿੱਚ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਤੇ ਰੈਕਡ ਸਹੀ ਆ ਬੰਦੇ ਦਾ, ਤੇ ਉਹਨਾਂ ਨੂੰ ਉਹ ਕਹਿ ਰਹੇ ਨੇ ਵੀ ਅਸੀਂ ਡਿਪੋਰਟ ਨਹੀਂ ਕਰਨਾ ਚਾਹੁੰਦੇ, PD ਲੈ ਲਓ। ਪਰ PD ਦੇ ਵਿੱਚ ਵਰਕ ਪਰਮਿਟ ਜੇ ਮਿਲਦਾ ਰਹਿੰਦਾ, ਐਡਵਾਂਸ ਪੈਰੋਲ ਨਹੀਂ ਮਿਲਦੀ, ਤੇ ਕੇਸ ਹੋਲਡ ਤੇ ਪੈ ਜਾਂਦਾ, ਤੇ ਅਸੈਲਮ ਗ੍ਰਾਂਟ ਨਹੀਂ ਹੁੰਦਾ, ਗ੍ਰੀਨ ਕਾਰਡ ਬੰਦਾ ਨਹੀਂ ਅਪਲਾਈ ਕਰ ਸਕਦਾ। ਤਾਂ ਬੇਸਿਕਲੀ ਜਿਹੜਾ ਵਰਕ ਪਰਮਿਟ ਉਹੀ ਮਿਲਦਾ ਹੈ, ਤੇ ਕੋਈ ਜਾਣ ਦੀ ਜਿਹੜੀ ਪਰਮਿਸ਼ਨ ਐਡਵਾਂਸ ਪੈਰੋਲ ਉਹ ਨਹੀਂ ਮਿਲਦੀ। ਉਦੋਂ ਬਾਅਦ ਅਗਲਾ ਹੈ ਜੀ ਕਿ ਉਹ ਕਹਿ ਰਹੇ ਆ ਕਿ F2A ਵੀਜ਼ੇ ਦੀਆਂ ਇੰਟਰਵਿਊਆਂ ਸ਼ੁਰੂ ਹੋਈਆਂ। ਇੰਟਰਵਿਊਆਂ ਤਾਂ ਹੋ ਰਹੀਆਂ ਜੀ, ਪਰ ਅਜੇ ਤੱਕ ਉਹ ਸਿਰਫ ਜਿਹੜੀਆਂ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀਆਂ ਜ਼ਿਆਦਾ ਕਰ ਰਹੇ ਆ। ਇਹ ਇੰਟਰਵਿਊਆਂ ਵੀ ਕਰ ਰਹੇ ਨੇ, ਥੋੜਾ ਸਲੋ ਆ ਪ੍ਰੋਸੈਸ, ਪਰ ਇੰਟਰਵਿਊਆਂ ਹੋ ਰਹੀਆਂ ਐਮਬੈਸੀ 'ਚ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਸਾਡਾ ਬੱਚਾ ਅਸੀਂ ਅਡਾਪਟ ਕੀਤਾ ਸੀ ਲੌਂਗ ਟਾਈਮ ਅਗੋ ਇੰਡੀਆ ਦੇ ਵਿੱਚ, ਤੇ ਉਹਨੂੰ USA ਲਿਆਂਦਾ, ਤੇ ਉਹਦੀ ਬਰਥ ਮਦਰ ਇੰਡੀਆ 'ਚ ਉਹਨੂੰ ਆ ਸਕਦੀ ਹੈ ਕਿ ਨਹੀਂ? ਦੇਖੋ, ਇਸ ਤਰ੍ਹਾਂ ਕਿ ਜਦੋਂ ਤੁਸੀਂ ਬੱਚੇ ਨੂੰ ਅਡਾਪਟ ਕਰਕੇ ਲੈ ਆਓ, ਉਹ ਬੱਚਾ ਅਗਾਂਹ ਵੱਡਾ ਹੋ ਕੇ ਆਪਣੇ ਜਿਹੜੇ ਉਹਦੇ ਅਸਲੀ ਪੇਰੈਂਟਸ ਨੇ, ਜਿਹੜੇ ਉਹਦੇ ਬਰਥ ਪੇਰੈਂਟਸ ਜਿਨ੍ਹਾਂ ਤੋਂ ਮਤਲਬ ਪੈਦਾ ਹੋਇਆ, ਉਹਨਾਂ ਦਾ ਅਪਲਾਈ ਨਹੀਂ ਕਰ ਸਕਦਾ ਉਹ। ਸੋ ਇਸ ਕਰਕੇ ਉਹਨਾਂ ਨਾਲ ਜਿਹੜੀ ਰਿਲੇਸ਼ਨਸ਼ਿਪ ਹੈਗੀ ਆ ਲੀਗਲ ਖਤਮ ਹੋ ਜਾਂਦੀ ਆ, ਸੋ ਉਹਨਾਂ ਦਾ ਉਹ ਅਪਲਾਈ ਨਹੀਂ ਕਰ ਸਕੇਗਾ।
ਤੇ ਇਹਦੇ ਰਾਹੀਂ ਉਹਨਾਂ ਨੂੰ ਕੁਝ ਨਹੀਂ ਮਿਲੇਗਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ ਮੇਰੀ ਡਾਟਰ ਸਿਟੀਜ਼ਨ ਆ, ਉਹਨੇ ਗ੍ਰੀਨ ਕਾਰਡ ਤੇ ਪੇਰੈਂਟਸ ਦਾ ਅਪਲਾਈ ਕੀਤਾ ਸੀ ਮਾਰਚ 2019 'ਚ, ਤੇ ਇਹਨੂੰ ਕਿੰਨਾ ਟਾਈਮ ਹੋਰ ਲੱਗੂਗਾ? ਇਹਨੂੰ ਕਾफ़ੀ ਟਾਈਮ ਲੱਗ ਰਿਹਾ ਜੀ, ਇਹਨੂੰ ਕਾफ़ੀ ਜਿਹੜੀ ਹੈਗੀ ਡਿਲੇ ਹੈਗੀ ਹੈ ਤੇ ਟਾਈਮ ਲੱਗ ਰਿਹਾ। ਹੋ ਸਕਦਾ ਹੋਰ 6 ਮਹੀਨੇ ਤੋਂ ਸਾਲ ਲੱਗ ਜਾਵੇ। ਇਹ ਕਾफ़ੀ ਸਲੋ ਆ। ਉਹ ਹੈ ਤਾਂ ਫਸਟ ਪ੍ਰੈਫਰੈਂਸ ਕੈਟਾਗਰੀ ਹੈ, ਇਹਦੇ 'ਚ ਕੋਈ ਪ੍ਰਾਇਓਰਟੀ ਨਹੀਂ ਹੈਗੀ, ਪਰ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਜੇ ਡਿਵੋਰਸ ਹੋ ਜਾਵੇ ਤਾਂ ਡਿਵੋਰਸ ਪੇਪਰ ਕਿੰਨੀ ਕੁ ਦੇਰ 'ਚ ਆ ਜਾਂਦੇ ਆ ਤੇ ਕਿੰਨਾ ਟਾਈਮ ਲੱਗ ਜਾਂਦਾ? ਦੇਖੋ, ਫਿਰ ਇਹਨਾਂ ਨੇ ਕਿਹਾ ਵੀ ਸਿਟੀਜ਼ਨਸ਼ਿਪ ਕਦੋਂ ਮਿਲ ਸਕਦੀ ਹੈ। ਡਿਵੋਰਸ ਨੂੰ ਤਾਂ ਅੱਡ ਸਟੇਟਾਂ ਦਾ ਅੱਡ ਹਿਸਾਬ ਹੈ, ਪਰ ਜਿਹੜੀਆਂ ਜ਼ਿਆਦਾ ਸਟੇਟਾਂ ਦੇ ਵਿੱਚ 6 ਤੋਂ 8 ਮਹੀਨੇ ਲੱਗਦੇ ਆ। ਕੈਲੀਫੋਰਨੀਆ 'ਚ ਵੀ 6 ਤੋਂ 8 ਮਹੀਨੇ ਲੱਗਦੇ, ਜ਼ਿਆਦਾ ਵੀ ਲੱਗ ਸਕਦਾ, ਜੇ ਕੰਟੈਸਟਡ ਹੋਵੇ ਸਾਲ ਵੀ ਲੱਗ ਜਾਂਦਾ। ਤੇ ਨਿਊਯਾਰਕ 'ਚ ਵੀ ਕਾਫੀ ਟਾਈਮ ਲੱਗ ਰਿਹਾ। ਨਵਾਡਾ ਸਟੇਟ ਥੋੜ੍ਹਾ ਟਾਈਮ ਘੱਟ ਲੱਗਦਾ। ਪਰ ਜਦੋਂ ਵੀ ਡਿਵੋਰਸ ਕੰਪਲੀਟ ਹੋ ਗਿਆ, ਜਿਹੜੀ ਸਿਟੀਜ਼ਨਸ਼ਿਪ ਹੈ, ਜੇ ਤੁਹਾਨੂੰ ਵਿਆਹ ਤੇ ਗ੍ਰੀਨ ਕਾਰਡ ਮਿਲਿਆ, ਤੁਸੀਂ 5 ਸਾਲਾਂ ਬਾਅਦ ਕਰ ਸਕਦੇ ਹੋ, 3 ਸਾਲਾਂ ਬਾਅਦ ਨਹੀਂ ਕਰ ਸਕਦੇ। ਜੇ ਤੁਹਾਡੀ ਮੈਰਿਜ ਚੱਲਦੀ ਆ ਸਿਟੀਜ਼ਨ ਦੇ ਨਾਲ ਤੇ ਸਿਟੀਜ਼ਨ ਬਣੇ ਨੂੰ ਵੀ 3 ਸਾਲ ਹੋ ਗਏ ਉਹਨੂੰ, ਤਾਂ ਫਿਰ ਤੁਸੀਂ 3 ਸਾਲਾਂ 'ਚ ਕਰ ਸਕਦੇ ਹੋ। ਜੇ ਡਿਵੋਰਸ ਹੋ ਗਿਆ, ਤੁਸੀਂ 5 ਸਾਲਾਂ ਬਾਅਦ ਸਿਟੀਜ਼ਨਸ਼ਿਪ ਲੈ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਸਾਡੀ ਪ੍ਰਾਇਓਰਟੀ ਡੇਟ ਹੈਗੀ ਫਰਵਰੀ 2005 ਦੀ, ਤੇ ਜੂਨ 2021 ਵਿੱਚ ਪੇਪਰ ਸਬਮਿਟ ਹੋ ਗਏ ਸੀ, ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਇੰਟਰਵਿਊ ਦਾ ਲੱਗੂਗਾ ਜੀ। ਪੇਪਰ ਸਬਮਿਟ ਹੋ ਗਏ, ਪਰ ਉਹ ਹੈ ਤਾਂ ਥੋੜ੍ਹਾ ਕਰੰਟ ਇਸ ਟਾਈਮ ਚੱਲ ਰਿਹਾ, ਪਰ ਇੰਟਰਵਿਊ ਆਉਣ ਨੂੰ ਟਾਈਮ ਲੱਗ ਰਿਹਾ, ਜਿਹੜੀ ਕਾफ़ੀ ਸਲੋ ਹੈਗੀ ਇਮੀਗ੍ਰੇਸ਼ਨ, ਸੋ ਵੇਟ ਕਰੋ ਜੀ। ਅਗਲਾ ਸਵਾਲ ਹੈ ਜੀ ਕਿ 601 ਵੇਵਰ ਨੂੰ ਕਿੰਨਾ ਟਾਈਮ ਲੱਗਦਾ? 601 ਵੇਵਰ ਨੂੰ 6 ਮਹੀਨੇ ਤੋਂ ਸਾਲ ਲੱਗਦਾ ਜੀ, ਤੇ ਲੇਕਿਨ ਕਈ ਵਾਰੀ ਜ਼ਿਆਦਾ ਟਾਈਮ ਵੀ ਲੱਗ ਜਾਂਦਾ, ਪਰ ਤੁਸੀਂ ਘੱਟੋ ਘੱਟ ਆਮ ਤੌਰ 'ਤੇ 6 ਮਹੀਨੇ ਦਾ ਟਾਈਮ ਰੱਖ ਕੇ ਚੱਲੋ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ 2 2011 ਦਸੰਬਰ 'ਚ ਅਪਲਾਈ ਕੀਤਾ ਸੀ, ਤੇ ਉਮਰ 19 ਸਾਲ ਦੀ ਹੋ ਗਈ ਆ, ਤੇ ਅਪਰੂਵਲ ਲੈਟਰ ਸਾਨੂੰ 15 'ਚ ਆਇਆ, ਤੇ ਕੀ ਆ ਜਾਊਗਾ? ਉਹੀ ਆ ਜੀ, ਮੈਂ ਅੱਗੇ ਦੱਸ ਕੇ ਹਟਿਆ, ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਜੇ ਕਵਰ ਹੋਊਗਾ ਤਾਂ ਆਊਗਾ। ਹੁਣ 8 ਚੱਲ ਰਿਹਾ, ਤੇ 2011 'ਚ ਕੀਤਾ, ਤੁਸੀਂ ਲਾ ਲਓ ਵੀ 3 ਸਾਲ ਹੋਰ ਲੱਗਣਗੇ। ਤੇ ਤੁਹਾਨੂੰ ਜੇ ਅਪਰੂਵਲ ਜਿਹੜੀ ਹੈਗੀ ਆ ਉਹ 2011 'ਚ ਅਪਲਾਈ ਕੀਤਾ, 15 'ਚ ਆਈ ਆ, 4 ਸਾਲ ਦਾ ਤੁਹਾਨੂੰ ਗ੍ਰੇਸ ਪੀਰੀਅਡ ਹੋਊਗਾ, ਉਹਦੇ ਵਿੱਚ ਆ ਸਕਦੀ ਹੈ ਜੀ ਵਾਰੀ। ਸੋ ਜੇ ਤੁਹਾਡੀ ਇੰਟਰਵਿਊ 3 ਸਾਲ 'ਚ ਆ ਜਾਵੇ ਤਾਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਅੰਡਰ ਮਤਲਬ ਕਵਰ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ਾ ਕਦੋਂ ਖੁੱਲ੍ਹੂਗਾ? ਅਜੇ ਨਹੀਂ ਕੁਝ ਕਹਿ ਸਕਦੇ ਜੀ। ਪਿਛਲੇ 2 ਹਫ਼ਤੇ ਪਹਿਲਾਂ ਐਡਵਾਈਜ਼ਰੀ ਆਈ ਸੀ ਅਮਰੀਕਾ ਦੀ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੰਟਰੀਆਂ ਦੇ ਬੈਨ ਲੱਗੇ ਉਹਨਾਂ ਨੂੰ ਨਹੀਂ ਖੋਲਾਂਗੇ ਅਜੇ, ਸੋ ਜੇ ਟਾਈਮ ਲੱਗੂਗਾ, ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਕਦੋਂ ਖੁੱਲ੍ਹੂਗਾ। ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ 'ਚ ਅਗਸਤ 2020 'ਚ ਫੀਸ ਡਿਪੋਜ਼ਿਟ ਹੋ ਗਈ ਸੀ, ਤੇ ਸਾਨੂੰ ਸਾਡੇ ਕੇਸ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ, ਤੇ ਹੁਣ 8 ਨਵੰਬਰ 2004 ਮਤਲਬ 8 ਚੱਲ ਰਿਹਾ। ਦੇਖੋ, ਇਸ ਤਰ੍ਹਾਂ ਹੈਗਾ ਕਿ ਜੇ ਫੀਸਾਂ ਜਿਹੜੀਆਂ ਜਮ੍ਹਾਂ ਹੋ ਗਈਆਂ, ਤੁਹਾਨੂੰ ਬੁਲਾਉਣਗੇ ਇੰਟਰਵਿਊ 'ਤੇ, ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੋ। ਤੇ ਇੰਟਰਵਿਊਆਂ ਕਰ ਰਹੇ ਨੇ, ਪਰ ਸਲੋ ਕਰ ਰਹੇ ਨੇ, ਇੰਨੀਆਂ ਇੰਟਰਵਿਊਆਂ ਜ਼ਿਆਦਾ ਨਹੀਂ ਹੋ ਰਹੀਆਂ, ਤੇ ਸਲੋ ਹੋਣ ਕਰਕੇ ਇਹਨੂੰ ਟਾਈਮ ਲੱਗ ਰਿਹਾ, ਪਰ ਤੁਸੀਂ ਉਹਨਾਂ ਨਾਲ ਈਮੇਲ ਵਗੈਰਾ ਕਰੋ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਦਾ ਫਾਦਰ ਹਾਂ, ਤੇ ਮੈਂ ਗ੍ਰੀਨ ਕਾਰਡ ਅਪਲਾਈ ਕਰਦਾ, ਤੇ ਪਰ ਮੇਰੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈਗਾ। ਜੇ ਮੈਰਿਜ ਸਰਟੀਫਿਕੇਟ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ, ਤੁਸੀਂ ਐਫੀਡੇਵਿਟ ਲੈ ਸਕਦੇ ਹੋ 2-3 ਬੰਦਿਆਂ ਤੋਂ, ਜਿਹੜੇ ਕਹਿਣ ਕਿ ਅਸੀਂ ਮੈਰਿਜ ਇਹਨਾਂ ਨੇ ਅਟੈਂਡ ਕੀਤੀ ਹੋਵੇ ਤੁਹਾਡੇ ਤੋਂ, ਤੁਹਾਡੀ ਉਮਰ ਦੇ ਹੋਣ ਜਾਂ ਵੱਡੀ ਉਮਰ ਦੇ ਹੋਣ ਤੁਹਾਡੇ ਤੋਂ, ਤੇ ਉਹਦੇ ਨਾਲ ਕਿਸੇ ਗੁਰਦੁਆਰੇ ਦਾ ਲੈਟਰ ਲੈ ਸਕਦੇ ਹੋ ਜਿੱਥੇ ਵਿਆਹ ਹੋਇਆ ਸੀ। ਉਹ ਫਿਰ ਸੈਕੰਡਰੀ ਐਵੀਡੈਂਸ ਚੱਲ ਜਾਂਦੀ ਆ ਜੇ ਮੈਰਿਜ ਸਰਟੀਫਿਕੇਟ ਨਾ ਵੀ ਹੋਵੇ। ਤੇ ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਡਾਟਰ ਨੂੰ ਅਡੋਪਟ ਕੀਤਾ ਸੀ ਜੂਨ 2016, ਜਦੋਂ 15 ਸਾਲ ਦੀ ਉਮਰ ਸੀਗੀ। ਵਿਜ਼ਟਰ ਵੀਜ਼ਾ ਉਹਦੇ ਕੋਲ 10 ਸਾਲ ਦਾ ਸੀਗਾ, 2017 'ਚੋਂ ਆਈ ਆ, ਤੇ ਅਸੀਂ ਅਪਲਾਈ ਕੀਤਾ ਉਹਦਾ ਡਾਟਰ ਦਾ ਸਤੰਬਰ 2020 'ਚ। ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਲੱਗ ਸਕਦਾ ਜੀ, ਕਿਉਂਕਿ ਜਿਹੜਾ ਤੁਸੀਂ ਹੁਣ ਜੇ ਹੁਣ ਤੁਸੀਂ ਇਸ ਟਾਈਮ 'ਤੇ ਗ੍ਰੀਨ ਕਾਰਡ ਹੋਲਡਰ ਹੋ, ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਬੱਚਿਆਂ ਦਾ ਟਾਈਮ ਹੈ ਉਹ ਹੈ ਤਾਂ ਕਰੰਟ ਆ, ਪਰ ਅਡੋਪਸ਼ਨ ਦਾ ਇਹ ਹੁੰਦਾ ਕਿ ਤੁਹਾਨੂੰ ਬੱਚੇ ਕੋਲ 2 ਸਾਲ ਪਹਿਲਾਂ ਰਹਿਣਾ ਪੈਂਦਾ ਅਡੋਪਸ਼ਨ ਤੋਂ ਬਾਅਦ ਲਗਾਤਾਰ। ਉਹ ਤੁਹਾਨੂੰ ਪ੍ਰੂਵ ਕਰਨਾ ਪੈਣਾ ਕਿ ਤੁਸੀਂ ਅਡੋਪਸ਼ਨ ਤੋਂ ਬਾਅਦ 2 ਸਾਲ ਰਹੇ। ਜੇ ਰਹੇ ਤਾਂ ਜੇ ਬੱਚੇ ਦੀ ਉਮਰ 21 ਸਾਲ ਤੋਂ ਘੱਟ ਆ ਤਾਂ ਅੱਜ ਕੱਲ੍ਹ ਕਰੰਟ ਆ ਇਹ ਕੈਟੇਗਰੀ, ਤੇ ਹੋ ਸਕਦਾ ਵਾਰੀ ਤੁਹਾਡੀ ਜਿਹੜੀ ਹੈਗੀ ਆ ਉਹ ਆ ਜਾਵੇ, ਪਰ ਜੇ ਸਾਲ ਲੱਗ ਸਕਦਾ ਹੋਰ ਘੱਟੋ ਘੱਟ, ਪਰ 2 ਸਾਲ ਦੀ ਸ਼ਰਤ ਜਿਹੜੀ ਆ ਉਹ ਤੁਹਾਨੂੰ ਪ੍ਰੂਵ ਕਰਨੀ ਪਊਗੀ। ਤੇ ਉਦੋਂ ਬਾਅਦ ਆ ਜੀ ਕਿ ਮੈਂ 485 ਅਪਲਾਈ ਕੀਤਾ ਸੀ, 2 ਮਹੀਨੇ ਹੋ, ਪਰ ਰਿਟਰਨ ਡਿਊ ਟੂ ਰਿਸੀਵਡ, ਤੇ ਉਹ ਕਹਿੰਦੇ ਵੀ ਮੈਂ ਸਾਰੀਆਂ ਫੀਸਾਂ ਭੇਜੀਆਂ, ਤੇ ਮੈਂ ਹੁਣ ਜਿਹੜਾ ਹੈਗਾ ਮੈਕਸੀਕੋ 2 ਦਿਨ ਲਈ ਟਰੈਵਲ ਕਰਨਾ ਚਾਹੁੰਦਾ, ਤੇ ਮੈਨੂੰ ਵੇਟ ਕਰਨਾ ਪਊਗਾ ਨਦਰ 90 ਦਿਨ।
ਹਾਂਜੀ, ਜਦੋਂ ਤੁਸੀਂ ਇਹਦੇ ਵਿੱਚ ਜਿਹੜੀ ਹੈਗੀ ਪਰਮਿਸ਼ਨ ਲਏ ਬਿਨਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ। ਜੇ ਟਰੈਵਲ ਕਰੋ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਉਦੋਂ ਬਾਅਦ ਸਰ F4 ਵੀਜ਼ਾ ਜਨਵਰੀ 2007 'ਚ ਆ ਗਈ ਸੀ ਅਪਰੂਵਲ, ਪਰ ਮੈਂ ਦੁਬਈ 'ਚ ਪਿਛਲੇ 2 ਸਾਲ ਤੋਂ ਰਹਿ ਰਿਹਾ ਅਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ। ਨਹੀਂ, ਦੁਬਈ ਦੇ ਤੁਸੀਂ ਸਿਟੀਜ਼ਨ ਤਾਂ ਹੈ ਨਹੀਂ, ਸਿਟੀਜ਼ਨ ਤਾਂ ਇੰਡੀਆ ਦੇ ਹੀ ਹੋ, ਉੱਥੇ ਤਾਂ ਕੰਮ ਕਰਨ ਲਈ ਤੁਸੀਂ ਗਏ ਹੋ। ਅਤੇ ਇਹ 2007 'ਚ ਅਪਲਾਈ ਕੀਤਾ, ਜੇ 2005 ਚੱਲ ਰਿਹਾ, 2 ਸਾਲ ਲੱਗਣਗੇ। ਉਹਦੇ ਕਰਕੇ ਵੀ ਤੁਸੀਂ ਦੁਬਈ ਕੰਮ ਕਰਦੇ ਹੋ, ਮੇਰਾ ਨਹੀਂ ਖਿਆਲ ਵੀ ਕੋਈ ਪ੍ਰੋਬਲਮ ਆਏਗੀ। ਅਤੇ ਇਸ ਤੋਂ ਇਲਾਵਾ ਜਿਹੜਾ ਅਗਲਾ ਸਵਾਲ ਹੈ ਜੀ, ਉਹ ਇਹ ਆ ਕਿ US ਦਾ ਟੂਰਿਸਟ ਵੀਜ਼ਾ ਕਦੋਂ ਓਪਨ ਹੋਏਗਾ। ਅਜੇ ਨਹੀਂ ਜੀ ਕਹਿ ਸਕਦੇ ਕੁਝ ਵੀ, ਇਹਨੂੰ ਟਾਈਮ ਲੱਗੇਗਾ। ਅਤੇ ਅਜੇ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਕਿਹਾ ਸੀ ਵੀ ਜਿਨ੍ਹਾਂ 'ਤੇ ਬੈਨ ਲੱਗੇ ਨੇ ਉਹ ਇਸੇ ਤਰ੍ਹਾਂ ਹੀ ਅਜੇ ਬੈਨ ਲੱਗਿਆ ਰਹੇਗਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਸਾਡਾ ਜਿਹੜਾ ਕੇਸ ਹੈ 2007 'ਚ ਲੱਗਿਆ ਸੀ, ਅਪਰੂਵਲ 20 'ਚ ਆਈ ਆ, ਅਤੇ ਮੈਂ ਇਹਦੇ 'ਚ ਹੁਣ ਜੇ ਕਿਸੇ ਹੋਰ ਕੰਟਰੀ 'ਚ ਹੋਵਾਂ ਤਾਂ ਮੈਨੂੰ ਕੋਈ ਜਿਹੜੀ ਹੈਗੀ ਆ ਉਹ ਪ੍ਰੋਬਲਮ ਤਾਂ ਨਹੀਂ ਆਏਗੀ। ਨਹੀਂ ਆ ਸਕਦੀ ਜੀ, ਤੁਸੀਂ ਜੇ ਕਿਤੇ ਆਪਣਾ ਘੁੰਮਣ ਫਿਰਨ ਜਾਣਾ ਜਾਂ ਕੰਮ ਕਰਨ ਜਾਣਾ ਤੁਸੀਂ ਜਾ ਸਕਦੇ ਹੋ, ਉਹਦੇ ਕਰਕੇ ਪ੍ਰੋਬਲਮ ਨਹੀਂ ਆਏਗੀ। ਇੱਕ ਹੋਰ ਸਵਾਲ ਹੈ ਜੀ, ਕਹਿੰਦੇ F4 ਕੈਟੇਗਰੀ ਵਿੱਚ ਮੁੰਬਈ ਤੋਂ ਫੋਨ ਕਰਕੇ ਡਿਟੇਲ 'ਚ ਪੁੱਛਿਓ, ਉਹ 60 ਦਿਨ ਦੀ ਮੇਲ ਵੀ ਆਈ ਹੋਏਗੀ, ਇੰਟਰਵਿਊ ਕਦੋਂ ਤੱਕ ਆ ਸਕਦੀ ਆ। ਦੇਖੋ, ਕਈਆਂ ਨੂੰ 60 ਦਿਨ ਦੀਆਂ ਲੈਟਰ ਆ ਰਹੀਆਂ ਕਿ 60 ਦਿਨ ਬਾਅਦ ਅਸੀਂ ਤੁਹਾਡਾ ਪ੍ਰੋਸੈਸਿੰਗ ਕਰ ਰਹੇ ਹਾਂ, 60 ਦਿਨ ਬਾਅਦ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਦੱਸਾਂਗੇ, ਵੇਟ ਕਰੋ। ਇਹ ਆਮ ਚਿੱਠੀਆਂ ਆ ਰਹੀਆਂ, ਵਿਆਹ ਦੇ ਕੇਸਾਂ 'ਚ ਵੀ ਆ ਰਹੀਆਂ ਨੇ, F4 ਕੈਟੇਗਰੀ 'ਚ ਵੀ ਆ ਰਹੀਆਂ, F3 'ਚ ਵੀ ਆ ਰਹੀਆਂ। ਸੋ ਵੇਟ ਕਰਨੀ ਪੈਣੀ ਆ ਤੁਹਾਨੂੰ ਅਜੇ। ਅਤੇ ਉਹਦੇ 'ਚ ਹੁਣ ਫਿਰ ਜਦੋਂ ਮਤਲਬ 60 ਦਿਨ ਤੋਂ ਬਾਅਦ ਦੁਬਾਰਾ ਫਿਰ ਤੁਹਾਨੂੰ ਹੋਰ 60 ਦਿਨ ਦੀ ਆ ਸਕਦੀ ਆ। ਪਰ ਤੁਸੀਂ ਈਮੇਲ ਕਰਕੇ ਪਤਾ ਕਰੋ, ਇਹ ਆਮ ਚਿੱਠੀਆਂ ਆ ਰਹੀਆਂ ਨੇ। ਇਹਦਾ ਮਤਲਬ ਇਹ ਆ ਬੇਸਿਕਲੀ ਵੀ ਪ੍ਰੋਸੈਸਿੰਗ ਕਰ ਰਹੇ ਤੁਹਾਡੇ ਕੇਸ ਦੀ, ਪਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਟਾਈਮ ਲੱਗੂਗਾ, ਸੋ ਜੇ ਵੇਟ ਕਰੋ, ਇਹ ਕਹਿ ਰਹੇ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਉਹ ਇਹ ਪੁੱਛ ਰਹੇ ਨੇ ਕਿ ਜੇ ਕੋਈ ਤੁਹਾਨੂੰ ਕੋਲ ਸਵਾਲ ਪੁੱਛਣਾ ਹੋਵੇ ਕਿਵੇਂ ਪੁੱਛ ਸਕਦੇ, ਤੁਸੀਂ ਇਹਦੇ ਵੀਡੀਓ ਥੱਲੇ ਜਿਹੜੀ ਹੈਗੀ ਆ ਆਪਣੀ ਜਿਹੜਾ ਸਵਾਲ ਲਿਖ ਕੇ ਪਾਓ, ਅਤੇ ਉਹ 'ਤੇ ਵੀ ਮੈਂ ਜਵਾਬ ਦਿੰਦਾ। ਈਮੇਲ ਵੀ ਕਰ ਦਿਓ jpsingh@gmail 'ਤੇ, ਜਾਂ ਤੁਸੀਂ ਮੈਨੂੰ ਫੋਨ ਕਰ ਲਓ, ਜਾਂ ਫੋਨ ਕਰਕੇ ਮੈਨੂੰ ਟੈਕਸਟ ਕਰ ਦਿਓ, ਜਾਂ ਕਿਵੇਂ ਮੈਸੇਜ, ਤਾਂ ਮੈਂ ਉਹ ਵੀ ਦਿੰਦਾ। ਪਰ ਬੈਟਰ ਹੈ ਇਹ ਤੁਸੀਂ ਵੀਡੀਓ ਥੱਲੇ ਸਵਾਲ ਪਾਓ, ਇਹ ਸਾਰੇ ਜਵਾਬ ਮੈਂ ਦੇਣ ਦੀ ਮੇਰੀ ਕੋਸ਼ਿਸ਼ ਹੁੰਦੀ ਵੀ ਦੇ ਸਕਾਂ। ਅਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ F2B ਕੈਟੇਗਰੀ ਦੀ ਇੰਟਰਵਿਊ ਜਿਹੜੀ ਹੈਗੀ ਆ ਉਹ ਕਦੋਂ ਆਊਗੀ ਦੱਸੋ। F2B ਕੈਟੇਗਰੀ ਦਾ ਮੈਂ ਦੱਸ ਕੇ ਹਟਿਆ ਜੀ ਕਿ ਅਜੇ 22 ਸਤੰਬਰ 2015 ਚੱਲ ਰਿਹਾ, ਅਤੇ ਇੰਟਰਵਿਊ ਆ ਰਹੀਆਂ ਨੇ, ਪਰ ਥੋੜ੍ਹੀਆਂ ਸਲੋਅ ਨੇ, ਅਤੇ ਉਸ ਹਿਸਾਬ ਨਾਲ ਆਊਗੀ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ਾ ਸਟੱਡੀ ਵੀਜ਼ੇ 'ਚ ਕਨਵਰਟ ਹੋ ਜਾਂਦਾ ਅਮਰੀਕਾ 'ਚ। ਹਾਂਜੀ, ਹੋ ਸਕਦਾ। ਤੁਹਾਨੂੰ ਜਿੰਨੀ ਐਂਟਰੀ ਮਿਲਦੀ ਹੈ ਉਹਦੇ ਅੰਡਰ ਉਹਦੇ ਵਿੱਚ ਤੁਹਾਨੂੰ ਜਿਹੜਾ ਪਹਿਲਾਂ ਤਾਂ ਜਿਹੜਾ F1 ਵੀਜ਼ੇ 'ਚ ਕਨਵਰਟ ਕਰਨ ਵਾਸਤੇ ਸਟੂਡੈਂਟ ਵੀਜ਼ੇ 'ਚ ਤੁਹਾਨੂੰ I-20 ਫਾਰਮ ਲੈਣਾ ਪੈਂਦਾ ਕਿਸੇ ਕਾਲਜ ਜਾਂ ਯੂਨੀਵਰਸਿਟੀ 'ਚੋਂ। ਉਹ ਲੈ ਕੇ ਤੁਸੀਂ ਫਿਰ ਉਹਨੂੰ ਜਿਹੜਾ ਮਤਲਬ ਸ਼ੋਅ ਕਰਨਾ ਪੈਂਦਾ, ਤੁਹਾਡੇ ਕੋਲ ਫੰਡਸ ਹੈਗੇ ਪੜ੍ਹਨ ਲਈ, ਐਡਮਿਸ਼ਨ ਲੈਣੀ ਪੈਂਦੀ ਆ, ਅਤੇ ਉਹ ਫਿਰ ਫੰਡ ਸ਼ੋਅ ਕਰਕੇ ਉਹ 'ਚ ਕਨਵਰਟ ਕੀਤਾ ਜਾਂਦਾ, ਜਾਂ ਕੋਈ ਐਫੀਡੇਵਿਟ ਆਫ ਸਪੋਰਟ ਦੇਵੇ ਇੱਥੇ ਅਤੇ ਕਨਵਰਟ। ਪਰ ਇਹ ਆ ਵੀ ਉਹ ਐਂਟਰੀ ਦੇ ਵਿੱਚ ਹੀ ਕਨਵਰਟ ਹੁੰਦਾ, ਜੇ ਐਂਟਰੀ ਖਤਮ ਹੋ ਗਈ ਫਿਰ ਉਹ ਕਨਵਰਟ ਨਹੀਂ ਹੋ ਸਕਦਾ। ਅਤੇ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ ਮੇਰੇ ਬ੍ਰਦਰ ਦੀ ਮੈਰਿਜ USA 'ਚ ਹੋਈ ਅਤੇ ਉਹ ਟੂਰਿਸਟ ਵੀਜ਼ਾ ਅਪਲਾਈ ਕਰਕੇ ਆ ਸਕਦਾ ਵਿਆਹ ਲਈ, ਅਤੇ ਮੈਨੂੰ ਦੱਸਿਓ ਸਤੰਬਰ 'ਚ ਮੈਰਿਜ ਹੈਗੀ ਆ ਵੀ ਅਸੀਂ ਆ ਸਕਦੇ ਹਾਂ। ਦੇਖੋ, ਇੱਦਾਂ ਆ, ਟੂਰਿਸਟ ਵੀਜ਼ੇ ਬੰਦ ਨੇ ਅਜੇ ਟੂਰਿਸਟ ਵੀਜ਼ੇ ਨਹੀਂ ਮਿਲ ਰਹੇ, ਇਸ ਕਰਕੇ ਜਦੋਂ ਖੁੱਲ੍ਹਣਗੇ ਜੇ ਫਿਰ ਤੁਸੀਂ ਟਰਾਈ ਕਰ ਸਕਦੇ ਹੋ, ਪਰ ਅਜੇ ਬੰਦ ਹੋਣ ਕਰਕੇ ਅਤੇ ਇਹ ਪਤਾ ਨਹੀਂ ਵੀ ਸਤੰਬਰ ਤੱਕ ਖੁੱਲ੍ਹਣਗੇ ਕਿ ਨਹੀਂ। ਹੋ ਸਕਦਾ ਖੁੱਲ੍ਹ ਜਾਣ, ਪਰ ਇਹ ਵੀ ਹੋ ਸਕਦਾ ਜੇ ਸਤੰਬਰ ਨੂੰ ਤਾਂ ਮਹੀਨਾ ਰਹਿ ਗਿਆ ਵੀ ਨਾ ਵੀ ਖੁੱਲ੍ਹਣ, ਸੋ ਇਸ ਕਰਕੇ ਮੁਸ਼ਕਿਲ ਲੱਗਦਾ ਮਿਲਣਾ। ਅਤੇ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F4 ਵਾਲੀ ਫਾਈਲ ਅੱਗੇ ਕਿਉਂ ਨਹੀਂ ਵੱਧ ਰਹੀ। ਦੇਖੋ ਜੀ, ਇਹ 'ਚ ਵੀਜ਼ਾ ਨੰਬਰ ਕਾਫੀ ਘੱਟ ਨੇ, ਇੱਕ ਜਿਹੜਾ ਪਿੱਛੇ ਬੰਦ ਰਿਹਾ ਬੈਕਲੌਗ ਕਾਫੀ, ਉਹਦੇ ਕਰਕੇ ਵੀ ਇਹਨੂੰ ਟਾਈਮ ਲੱਗ ਰਿਹਾ। ਪਰ ਜਿਹੜੀ ਫਾਈਲ ਹੈ ਉਹ ਅਜੇ F4 'ਚ 1 ਸਤੰਬਰ 2005 ਚੱਲ ਰਿਹਾ, ਅਤੇ ਉਮੀਦ ਹੈ ਵੀ ਇਹਨੂੰ ਟਾਈਮ ਹੋਰ ਲੱਗੂਗਾ, ਸਲੋਅ ਆ ਥੋੜ੍ਹਾ ਜਿਹਾ। ਅਤੇ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਸਾਡਾ ਟੂਰਿਸਟ ਵੀਜ਼ਾ ਆਉਣ ਤੋਂ ਬਾਅਦ ਅਸੈਲਮ ਲਾ ਸਕਦੇ ਹਾਂ। ਅਸੈਲਮ ਜਿਹੜਾ ਕੋਈ ਵੀ ਲਾ ਸਕਦਾ ਜੀ, ਜਿਹੜਾ ਟੂਰਿਸਟ ਵੀਜ਼ੇ 'ਤੇ ਆਇਆ ਉਹ ਵੀ ਲਾ ਸਕਦਾ, ਜਿਹੜਾ ਉੱਦਾਂ ਆਇਆ ਬਾਰਡਰ ਕ੍ਰੋਸ ਕਰਕੇ ਉਹ ਵੀ ਲਾ ਸਕਦਾ। ਪਰ ਅਸੈਲਮ ਦੇ ਜਿਹੜੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਕੇਸ ਹੋਣਾ ਚਾਹੀਦਾ, ਅਤੇ ਉਹਨਾਂ ਗਰਾਊਂਡਾਂ ਦੇ ਵਿੱਚ ਆਏਗਾ ਤਾਂ ਜ਼ਰੂਰ ਲੱਗੇਗਾ। ਪਰ ਇਹ ਆ ਵੀ ਅਸੈਲਮ ਦਾ ਕੇਸ ਸੱਚਾ ਲਾਉਣਾ ਚਾਹੀਦਾ, ਐਵੇਂ ਹੀ ਅਸੈਲਮ ਲਾਉਣ ਲਈ ਜਾਂ ਰਹਿਣ ਵਾਸਤੇ ਨਹੀਂ ਲਾਉਣਾ ਚਾਹੀਦਾ। ਜੇ ਤੁਹਾਡੇ ਕੋਲ ਅਸੈਲਮ ਦੇ ਜਿਹੜੇ ਗਰਾਊਂਡ ਨੇ ਉਹਦੇ ਵਿੱਚ ਤੁਹਾਡਾ ਕੇਸ ਆਉਂਦਾ, ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ, ਜ਼ਰੂਰ ਲਾਓ, ਉਹ ਤੁਸੀਂ ਲਾ ਸਕਦੇ ਹੋ। ਅਤੇ ਇਹਦੇ ਬਾਰੇ ਜਿਹੜਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਡਿਟੇਲ 'ਚ ਪਾਊਂਗਾ,
ਉਹ ਦੱਸੂਗਾ ਡਿਟੇਲ ਦੇ ਵਿੱਚ ਵੀ ਅਸਾਈਲਮ ਦੇ ਕੀ ਗਰਾਊਂਡ ਨੇ ਤੇ ਕੌਣ ਅਸਾਈਲਮ ਲਾ ਸਕਦਾ, ਕੀ ਉਹਦਾ ਕਿੰਨਾ ਟਾਈਮ ਫਰੇਮ ਆ, ਉਹ ਸਾਰਾ ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਊਂਗਾ। ਅਗਲਾ ਸਵਾਲ ਹੈ ਜੀ ਕਿ ਮੇਰੇ ਪਿਤਾ ਜੀ ਨੇ ਮੇਰੇ ਲਈ I-730 ਅਪਲਾਈ ਕੀਤਾ ਸੀ ਤੇ ਉਹ ਹੁਣ ਇੰਡੀਆਨਾ ਮੂਵ ਹੋ ਰਹੇ ਨੇ। ਠੀਕ ਹੈ ਜੀ, ਉਹਦਾ ਫਰਕ ਨਹੀਂ ਪੈਂਦਾ, ਐਡਰੈਸ ਚੇਂਜ ਕਰਾ ਰਹੇ ਨੇ, ਇਮੀਗ੍ਰੇਸ਼ਨ ਕੋਡ ਮੂਵ ਹੋ ਸਕਦੇ ਆ ਤੇ ਐਡਰੈਸ ਆਪਣਾ ਅਪਡੇਟ ਕਰਨ ਉਹਨਾਂ ਨੂੰ। ਪਰ ਤੇ ਅੱਜ ਦਾ ਆਖਰੀ ਸਵਾਲ ਹੈ ਜੀ ਕਿ ਮੇਰੇ ਡੈਡ ਦੀ ਉਮਰ 65 ਸਾਲ ਹੈਗੀ ਹੈ ਤਾਂ ਉਹ ਗ੍ਰੀਨ ਕਾਰਡ ਹੋਲਡਰ ਨੇ 18 ਸਾਲਾਂ ਤੋਂ, ਤੇ ਮੇਰੀ ਮੌਮ ਦੀ 63 ਸਾਲ ਦੀ, ਉਹ ਵੀ ਗ੍ਰੀਨ ਕਾਰਡ ਹੋਲਡਰ ਨੇ ਤੇ ਮੇਰੀ ਮੌਮ ਨੇ ਕਦੇ ਕੰਮ ਨਹੀਂ ਕੀਤਾ ਤੇ ਇੰਗਲਿਸ਼ ਜਿਹੜੀ ਨਹੀਂ ਉਹਨਾਂ ਨੂੰ ਆਉਂਦੀ ਤਾਂ ਉਹ ਸਿਟੀਜ਼ਨਸ਼ਿਪ ਲੈ ਸਕਦੇ ਆ। ਹਾਂਜੀ, ਇਹਦੇ ਬਾਰੇ ਅਸੀਂ ਕੇਸ ਪਿੱਛੇ ਜੇ ਪਾਸ ਕਰਾਏ ਆ ਸਿਟੀਜ਼ਨਸ਼ਿਪ ਦੇ 2 ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਦਾ ਤਰੀਕਾ ਇਹ ਹੁੰਦਾ ਕਿ ਜਿਹੜਾ ਇਹਨਾਂ ਦਾ ਡਾਕਟਰ ਹੈਗਾ ਉਹ ਲਿਖ ਕੇ ਦੇਵੇ, ਉਹ ਫਾਰਮ ਹੁੰਦਾ CAN 648, ਉਹ ਭਰ ਕੇ ਦੇਵੇ ਵੀ ਇੰਗਲਿਸ਼ ਨਹੀਂ ਸਿੱਖ ਸਕਦੇ, ਕਿਉਂ ਨਹੀਂ ਸਿੱਖ ਸਕਦੇ, ਕਿ ਇਹਨਾਂ ਨੂੰ ਕੋਈ ਜਿਵੇਂ ਮੈਂਟਲ ਪ੍ਰੋਬਲਮ ਹੈ, ਡਿਪਰੈਸ਼ਨ ਹੈ, ਜਾਂ ਕੋਈ ਜਿਹੜਾ ਸਟ੍ਰੈਸ ਡਿਸਆਰਡਰ ਹੈ, ਜਾਂ ਏਜ ਕਰਕੇ ਭੁੱਲ ਜਾਂਦੇ, ਕਈ ਵਾਰੀ ਜਿਹੜੀ ਯਾਦਾਸ਼ਤ ਹੈਗੀ ਉਹ ਘਟ ਜਾਂਦੀ ਆ। ਜੇ ਉਹ ਡਾਕਟਰ ਇਹਨਾਂ ਦਾ ਲਿਖ ਕੇ ਦਿੰਦਾ ਤਾਂ ਉਹ ਜਿਹੜਾ ਫਾਰਮ ਲਾ ਕੇ ਅਪਲਾਈ ਕਰੋ ਤਾਂ ਫਿਰ ਇਮੀਗ੍ਰੇਸ਼ਨ ਜਿਹੜੀ ਉਹ ਟੈਸਟ ਮਾਫ ਕਰ ਸਕਦੀ ਹੈ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੈਂ ਹੁਣ ਇੱਕ ਹੋਰ ਵੀਡੀਓ ਸ਼ੁਰੂ ਕਰਨ ਜਾ ਰਿਹਾ ਜਲਦੀ, ਉਹ ਜਿਹੜੇ ਇਮੀਗ੍ਰੇਸ਼ਨ ਦੇ ਟਿਪਸ ਨੇ, ਜਿਹੜੇ ਅੱਡ ਟੌਪਿਕਸ ਨੇ, ਜਿਵੇਂ ਅਸਾਈਲਮ ਹੋ ਗਿਆ, ਸਿਟੀਜ਼ਨਸ਼ਿਪ ਹੋ ਗਈ, ਗ੍ਰੀਨ ਕਾਰਡ ਹੋ ਗਿਆ, ਇਹਨਾਂ ਬਾਰੇ ਤੁਹਾਨੂੰ ਵਿਸ਼ੇਸ਼ ਜਾਣਕਾਰੀ ਜਿਹੜੀ ਹੈਗੀ ਆ ਵੀ ਇਹ ਕੌਣ ਅਪਲਾਈ ਕਰ ਸਕਦਾ, ਕੀ ਉਹਦੀਆਂ ਸ਼ਰਤਾਂ ਨੇ, ਉਹ ਮੈਂ ਇੱਕ ਟੌਪਿਕ ਲੈ ਕੇ ਨਾਲ ਦੀ ਨਾਲ ਉਹ ਵੀ ਵੀਕ 'ਚ ਕਰਿਆ ਕਰੂੰਗਾ। ਸੋ ਮੇਰੀ ਕੋਸ਼ਿਸ਼ ਹੈ ਵੀ ਜਿਵੇਂ ਅਪਡੇਟਸ ਦੀ ਗੱਲ ਕਰਦੇ ਇਸ ਤਰ੍ਹਾਂ ਆਪਾਂ ਜਿਹੜੇ ਡਿਫਰੈਂਟ ਕੈਟਾਗਰੀਜ਼ ਬਾਰੇ ਵੀ ਗੱਲ ਕਰਿਆ ਕਰੀਏ। ਸੋ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.